ਪਾਇਓ। ਹਰ ਜਾਪ ਨ ਛਾਡਿਓ ਏਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ। ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ। ਗੁਰ ਜੋਤ ਅਰਜੁਨ ਮਾਹੇ ਧਰੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕੋ। ਤੂੰ ਠਾਕੁਰ ਊਚ ਭਗਵਾਨਾ। ਸੁਕਾਓ ਟਲ ਗੁਰ ਸੇਵੀਐ। ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ। ਜਨਮ ਮਰਨ ਦੁਖ ਜਾਏ। ਵੈਸੇ ਪਤਿਕ ਸਮਦੀ। ਨੋਏ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ। ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ। ਜਿਨਾ ਬਾਤ ਕੋ ਬਹੁਤ ਅੰਧੇਸਰੋ। ਤੇ ਮਿਟੈ ਸਭ ਗਿਆ। ਸਹਿਜ ਸੈਨ ਅਰ ਸੁਖਮਨ ਨਾਰੀ। ਊਦ ਕਮਲ ਵਿਕਸਿਆ। ਦੇਖੋ ਆਚਰਜ ਪਿਆ। ਜਿਹੇ ਠਾਕਰ ਕੋ ਸੁਨਤ ਗਾਦ ਬੋਧ। ਸੋ ਹਿਰਦੈ ਗੁਰ ਦਇਆ। ਜਿਨਾ ਬਾਤ ਕੋ ਬਹੁਤ ਅੰਧੇਸਰੋ। ਤੇ ਮਿਟੈ ਸਭ ਗਿਆ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਨਾਮ ਬਾਣੀ ਦੇ ਜਹਾਜ਼ ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਸ਼ੋਭਿਤ ਹੋ ਰਹੀ ਗੁਰੂ ਕੀ ਸੰਗਤ। ਆਪ ਸੰਗਤ ਨੇ ਸਤਿਗੁਰਾਂ ਦੇ ਦਰਬਾਰ ਵਿੱਚ ਬੈਠ ਕੇ ਸਤਿਗੁਰਾਂ ਦੀ ਇਲਾਹੀ ਅਗੰਮੀ ਬਾਣੀ ਦੇ ਕੀਰਤਨ ਦੀਆਂ ਦਾਤਾਂ ਸਰਵਣ ਕੀਤੀਆਂ। ਇਸ ਵੇਲੇ ਗੁਰਬਾਣੀ ਦੀ ਲੜੀਵਾਰ ਕਥਾ ਜੋ ਸਤਿਗੁਰੂ ਜੀ ਸਾਨੂੰ ਸ਼ਬਦਦਾਰ ਸ਼ਬਦ ਬਖਸ਼ਿਸ਼ ਕਰ ਰਹੇ ਨੇ। ਆਓ ਕੁਝ ਸਮੇਂ ਵਾਸਤੇ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ। ਬੜੀ ਭਾਵਨਾ ਨਾਲ ਸ਼ਰਧਾ ਨਾਲ ਸਤਿਗੁਰਾਂ ਦੇ ਇਹ ਪਵਿੱਤਰ ਕਮਾਈ ਵਾਲੇ ਬਚਨ ਸਰਵਨ ਕਰਕੇ ਲਾਹਾ ਪ੍ਰਾਪਤ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ। ਜਿਨਾ ਬਾਤ ਕੋ ਬਹੁਤ ਅੰਧੇਸਰੋ। ਤੇ ਮਿਟੈ ਸਭ ਗਿਆ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਇਹ ਜੋ ਸ਼ਬਦ ਹੈ ਆਪਾਂ ਸੋਰਠ ਰਾਗ ਦੇ ਅੰਦਰ ਸਰਵਨ ਕਰ ਰਹੇ ਹਾਂ। ਮਹਾਰਾਜ ਜੀ ਫਰਮਾਉਂਦੇ ਨੇ ਜਿਨ੍ਹਾਂ ਗੱਲਾਂ ਦੇ ਬਹੁਤ ਜ਼ਿਆਦੇ ਮਨ ਵਿੱਚ ਸੰਸ਼ੇ ਸਨ। ਸਾਡਾ ਮਨ ਸੰਸ਼ਿਆਂ ਦੇ ਨਾਲ ਭਰਿਆ ਹੋਇਆ। ਕਿਉਂਕਿ ਜਿਸ ਸੰਸਾਰ ਵਿੱਚ ਆਏ ਹਾਂ ਇਹ ਸੰਸਾਰ ਵੀ ਸੰਸ਼ਿਆਂ ਦਾ ਭਰਿਆ ਹੋਇਆ ਹੈ। ਇਹੋ ਸੰਸਾਰ ਵਿਕਾਰ ਸੰਸ਼ੇਮੈ। ਇਹ ਸਾਰਾ ਸੰਸਾਰ ਹੀ ਸੰਸ਼ੇ ਦੇ ਵਿੱਚ ਹੈ। ਕਿਸੇ ਨੂੰ ਕੋਈ ਭਰਮ ਪਿਆ, ਕਿਸੇ ਨੂੰ ਕੋਈ ਭਰਮ ਪਿਆ। ਜਿੱਥੇ ਸੰਸਾਰ ਭਰਮ ਦੇ ਵਿੱਚ ਪਿਆ ਹੋਇਆ ਉਸ ਸੰਸਾਰ ਵਿੱਚ ਅਸੀਂ ਵੀ ਰਹਿੰਦੇ ਹਾਂ।
ਤੇ ਜਿਸ ਤਰ੍ਹਾਂ ਦੀ ਸੰਗਤ ਵਿੱਚ ਰਹਿੰਦੇ ਆ ਉਸ ਤਰ੍ਹਾਂ ਦਾ ਸਾਡੇ ਮਨ ਤੇ ਅਸਰ ਹੁੰਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੰਸਾਰ ਸੰਸਿਆਂ ਦਾ ਭਰਿਆ ਹੈ। ਉਹ ਸੰਸੇ ਸਾਡੇ ਮਨ ਵਿੱਚ ਆ ਗਏ। ਉਹ ਸੰਸਿਆਂ ਦੇ ਫਿਰ ਅੱਗੇ ਵਿਚਾਰਾਂ ਬਣ ਗਈਆਂ, ਬਚਨ ਬਣ ਗਏ, ਭਰਮ ਪੈਦਾ ਹੋ ਗਿਆ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ, ਜਿਹੜੇ ਬੜੇ ਸੰਸੇ ਸਨ, ਬੜੀਆਂ ਗੱਲਾਂ ਦੇ ਮਨ ਵਿੱਚ, ਤੇ ਮਿਟੇ ਸਭ ਗਿਆ। ਉਹ ਸਾਰੇ ਸੰਸੇ ਹੁਣ ਖਤਮ ਹੋ ਗਏ ਨੇ। ਕਿਵੇਂ ਖਤਮ ਹੋ ਗਏ? ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰਵਡ ਭਾਗੀ ਪਾਇਆ। ਜਦੋਂ ਕੋਈ ਸੰਸਾ ਪੈਦਾ ਹੋ ਜਾਂਦਾ, ਗੁਰੂ ਕੋਲ ਆ ਗਿਆ, ਬੇਨਤੀ ਕੀਤੀ ਮਹਾਰਾਜ ਇਹ ਸੰਸਾ ਹੈ ਮਨ ਦੇ ਵਿੱਚ, ਤੇ ਸਤਿਗੁਰੂ ਪਾਤਸ਼ਾਹ ਨੇ ਉਪਦੇਸ਼ ਦੇ ਕੇ ਸੰਸਾ ਦੂਰ ਕਰ ਦਿੱਤਾ। ਫਿਰ ਕਿਤੇ ਗੁਰਬਾਣੀ ਪੜ੍ਹਦੇ ਆ, ਨਿਤਨੇਮ ਕਰਦੇ ਆ, ਕਿਤੇ ਜਾਪ ਕਰਦੇ ਆ, ਕੋਈ ਬੰਦਗੀ ਕਰਦੇ ਆ, ਕੋਈ ਸੰਸਾ ਨਿੱਕਾ ਮੋਟਾ ਵਿਚਾਰ ਆ ਗਿਆ, ਫਿਰ ਗੁਰੂ ਕੋਲ ਆ ਗਿਆ, ਬੇਨਤੀ ਕੀਤੀ ਮਹਾਰਾਜ ਇਹ ਸੰਸਾ ਹੈ। ਤੇ ਸਤਿਗੁਰੂ ਫਿਰ ਗੁਰਬਾਣੀ ਦਾ ਤੀਰ ਚਲਾ ਕੇ ਉਪਦੇਸ਼ ਦੇ ਕੇ ਸੰਸਾ ਦੂਰ ਕਰ ਦਿੰਦੇ। ਜਿਹੜੇ ਗੁਰਸਿੱਖ ਗੁਰੂ ਕੇ ਪਿਆਰੇ ਨਾਮ ਸਿਮਰਨ ਦੇ ਅਭਿਆਸੀ ਨੇ, ਜਿਨ੍ਹਾਂ ਨੇ ਅਭਿਆਸ ਰੱਖਿਆ ਹੋਇਆ ਮੂਲ ਮੰਤਰ ਦਾ ਜਾਂ ਵਾਹਿਗੁਰੂ ਮੰਤਰ ਦਾ, ਉਹਨਾਂ ਨੇ ਜ਼ਿੰਦਗੀ ਵਿੱਚ ਇਹ ਪੱਕਾ ਫੈਸਲਾ ਕੀਤਾ ਗੁਰੂ ਕਿਰਪਾ ਨਾਲ ਕਿ ਮੈਂ 4 ਘੰਟੇ ਜਾਂ 8 ਘੰਟੇ ਮੈਂ ਨਾਮ ਜਪਣਾ ਹੈ। ਉਹਨਾਂ ਨੂੰ ਅਭਿਆਸੀ ਆਖਿਆ ਜਾਂਦਾ, ਨਾਮ ਦਾ ਅਭਿਆਸ ਕਰਨ ਵਾਲੇ, ਬਾਣੀ ਪੜ੍ਹਨ ਵਾਲੇ। ਜਿਹੜੇ ਨਾਮ ਦਾ ਅਭਿਆਸ ਕਰਨ ਵਾਲੇ ਨੇ ਉਹਨਾਂ ਨੂੰ ਹੁਕਮ ਜਾਂ ਕਹਿ ਲਈਏ ਮਹਾਤਮਾ ਜਿਹੜੇ ਨੇ ਇਸ ਤਰ੍ਹਾਂ ਦੱਸਦੇ ਨੇ ਕਿ ਨਾਲ ਨਾਲ ਗੁਰਬਾਣੀ ਦਾ ਇੱਕ ਸਹਿਜ ਪਾਠ ਵੀ ਨਾਲ ਪ੍ਰਾਰੰਭ ਕੀਤਾ ਜਾਵੇ। ਉਹ ਸਹਿਜ ਪਾਠ ਪ੍ਰਾਰੰਭ ਤਾਂ ਕਰਵਾਇਆ ਗਿਆ, ਨਾਮ ਜਪਦਿਆਂ ਤੇਰੇ ਮਨ ਵਿੱਚ ਕਈ ਤਰ੍ਹਾਂ ਦੇ ਖਿਆਲ ਆਉਣਗੇ, ਕਈ ਤਰ੍ਹਾਂ ਦੇ ਵਿਚਾਰ ਆਉਣਗੇ, ਕਈ ਤਰ੍ਹਾਂ ਦੇ ਸ਼ੰਕੇ ਜਾਂ ਸੰਸੇ ਵੀ ਤੇਰੇ ਮਨ ਵਿੱਚ ਪੈਦਾ ਹੋਣਗੇ। ਜਦੋਂ ਗੁਰਬਾਣੀ ਦਾ ਸਹਿਜ ਪਾਠ ਕਰੇਗਾ, ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਉਹਦੇ ਵਿੱਚ ਸਵਾਲ, ਉਹਦੇ ਵਿੱਚ ਜਵਾਬ, ਆਪਣੇ ਆਪ ਹੀ ਸਤਿਗੁਰੂ ਜੀ ਤੈਨੂੰ ਗੁਰਬਾਣੀ ਦੇ ਵਿੱਚੋਂ ਇਹ ਬਖਸ਼ਿਸ਼ਾਂ, ਇਹ ਬਰਕਤਾਂ ਬਖਸ਼ਿਸ਼ ਕਰਨਗੇ ਵੀ ਤੇਰੇ ਸੰਸੇ ਬਾਣੀ ਪੜ੍ਹਦਿਆਂ ਆਪਣੇ ਆਪ ਮੁੱਕਦੇ ਜਾਣਗੇ, ਕਿਉਂਕਿ ਗੁਰਬਾਣੀ ਵਿੱਚ ਤੇਰੇ ਸੰਸਿਆਂ ਦਾ ਜਵਾਬ ਲਿਖਿਆ ਹੋਇਆ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ ਸੰਸੇ ਤੇ ਬੜੇ ਸਨ ਮਨ ਵਿੱਚ, ਪਰ ਜਦੋਂ ਗੁਰੂ ਨੂੰ ਮਿਲੇ ਨਾ ਤੇ ਗੁਰੂ ਨੇ ਫਿਰ ਰਸਤਾ ਦੱਸ ਦਿੱਤਾ। ਸੰਸੇ ਸਾਰੇ ਮਿਟ ਗਏ, ਭਰਮ ਕੋਈ ਰਹਿ ਹੀ ਨਹੀਂ ਗਿਆ, ਸ਼ੱਕ ਕੋਈ ਰਹਿ ਹੀ ਨਹੀਂ ਗਿਆ। ਸਾਰੇ ਭਰਮਾਂ ਨੂੰ ਗੁਰੂ ਮਿਟਾਉਣ ਵਾਲੇ ਹਨ। ਸਹਿਜ ਸੈਨ ਅਰ ਸੁਖਮਨ ਨਾਰੀ, ਊਦ ਕਮਲ ਬਿਗਸਿਆ। ਜੋ ਮਨ ਨੂੰ ਸੁਖ ਦੇਣ ਵਾਲੀ ਭਗਤੀ ਰੂਪੀ ਇਸਤਰੀ ਹੈ, ਜਿਹੜੀ ਭਗਤੀ ਹੈ ਨਾ ਗੁਰਮੁਖੋ, ਇਹ ਮਨ ਨੂੰ ਸੁਖ ਦੇਣ ਵਾਲੀ ਹੈ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਮੈਂ ਦੁਨੀਆ ਦੀ ਬਹੁਤੀ ਮਾਇਆ ਇਕੱਠੀ ਕਰ ਲਵਾਂ ਤੇ ਮਨ ਨੂੰ ਸੁਖ ਆਵੇਗਾ। ਨਹੀਂ, ਮਨ ਨੂੰ ਸੁਖ ਉਹਦੇ ਨਾਲ ਨਹੀਂ ਆਉਣਾ। ਮੈਂ ਦੁਨੀਆ ਦੇ ਬਹੁਤੇ ਪਦਾਰਥ ਇਕੱਠੇ ਕਰ ਲਵਾਂ, ਅਮੀਰ ਬਣ ਜਾਵਾਂ, ਮੇਰੇ ਮਨ ਨੂੰ ਸੁਖ ਆਵੇਗਾ? ਨਹੀਂ, ਮਨ ਨੂੰ ਸੁਖ ਪਦਾਰਥਾਂ ਨਾਲ ਨਹੀਂ ਆਉਣਾ। ਜੇ ਮਨ ਨੂੰ ਸੁਖ ਆਉਣਾ ਹੋਵੇ ਤੇ ਬੜੇ ਬੜੇ ਦੁਨੀਆ ਤੇ ਸ਼ਾਹੂਕਾਰ ਨੇ, ਵਪਾਰੀ ਨੇ, ਬਿਜ਼ਨਸ ਕਰਨ ਵਾਲੇ ਨੇ, बड़े बड़े राजे ने दुनिया दे विच, पर मन नूं ते उन्हां दे भी सुख नहीं है। मन ते उन्हां दे भड़कदे पए, वो आप भी भड़कदे पए। सतगुरु पातशाह कहन लगे मन नूं सुख दुनिया दे पदार्थां नाल नहीं आउणा। मन दा सुख लैना चाहना है तो फिर तैनूं करना चाहिदा भगती। भगती कर, नाम जप, नाम दे विचों सुख मिलेगा। सुखमन नारी, ये जो भगती रूपी सुखा नूं देण वाली, तेरे मन नूं सुख देण वाली जिहड़ी भगती रूपी इस्त्री है। सहज सैन, इहदे विच सहज कहिए सुभावक ही, सैन कहिए स्थिति हो गई। भगती विच सुभावक ही महाराज ने टिका दिता। पता ही नहीं लगा भगती कदों शुरू हुई, पता नहीं लगा कदों मन भगती विच टिक गया, पता नहीं लगा कदों बख्शिशां दी प्राप्ति हो गई। सतगुरु पातशाह जी सहजे ही ये दातां जड़ियां ने किसे न किसे बहाने दे नाल वो बख्शिश कर देंदे। ऊंद कमल बिगसाया, ये साडा हिरदा रूपी जिहड़ा कमल है ये पुठा सी। महाराज ने कृपा करके हिरदे कमल नूं सिद्धा करके ते इस नूं बिगसाया कहिए खिड़न दी बख्शिश कर दी। खिड़ गया है जिवें कमल दा फुल मुद्दा है, सूरज चढ़न दे नाल वो खिड़िया नहीं।
ਪਰ ਜਦੋਂ ਉਹ ਫੁੱਲ ਸਿੱਧਾ ਹੋ ਗਿਆ, ਸੂਰਜ ਦੇ ਦਿਦਾਰੇ ਕਰਕੇ ਉਹ ਖਿੜ ਗਿਆ। ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਤੇਰਾ ਮਨ ਮੁੱਧਾ ਹੋਇਆ ਗੁਰੂ ਦੀ ਬੰਦਗੀ ਵੱਲੋਂ, ਗੁਰੂ ਦੀ ਭਗਤੀ ਵੱਲੋਂ, ਪਰ ਹੁਣ ਤੇਰੇ ਤੇ ਰਹਿਮਤ ਹੋਈ ਹੈ। ਗੁਰੂ ਨੇ ਤੇਰਾ ਮਨ ਸਿੱਧਾ ਕੀਤਾ, ਉਪਦੇਸ਼ ਦੇ ਕੇ ਤੇਰੇ ਤੇ ਬਖਸ਼ਿਸ਼ ਕੀਤੀ, ਔਰ ਤੇਰਾ ਮਨ ਰੂਪੀ ਇਹ ਕਮਲ ਫੁੱਲ ਖਿੜ ਗਿਆ ਹੈ। ਦੇਖੋ ਅਚਰਜ ਭਇਆ। ਇਹ ਵੇਖੋ ਬੜੀ ਹੈਰਾਨ ਕਰਨ ਵਾਲੀ ਗੱਲ ਹੈ। ਕਿਥੇ ਤੇ ਭਾਂਡਾ ਮੁੱਧਾ, ਸਤਿਗੁਰਾਂ ਨੇ ਭਾਂਡਾ ਵੀ ਸਿੱਧਾ ਕੀਤਾ ਔਰ ਭਰ ਵੀ ਦਿੱਤਾ। ਮਹਾਰਾਜ ਨੇ ਦੋ ਕੰਮ ਕੀਤੇ, ਭਾਂਡੇ ਮੁੱਧੇ ਨੂੰ ਸਿੱਧਾ ਕੀਤਾ ਤੇ ਫਿਰ ਭਰਿਆ। ਇਸੇ ਤਰ੍ਹਾਂ ਇਹ ਮਨ ਰੂਪੀ ਭਾਂਡਾ ਉਲਟਾ ਹੋ ਗਿਆ ਗੁਰੂ ਦੇ ਵੱਲੋਂ। ਗੁਰੂ ਪਾਤਸ਼ਾਹ ਜਿਸ ਪਾਸੇ ਜਾਣ ਨੂੰ ਆਖਦੇ ਉਧਰ ਨੂੰ ਜਾਣਾ ਹੀ ਨਹੀਂ ਚਾਹੁੰਦਾ, ਗੁਰੂ ਦੇ ਹੁਕਮ ਦੇ ਉਲਟ ਜਾਣਾ ਚਾਹੁੰਦਾ ਹੈ। ਨਿਰੰਕਾਰ ਵੱਲ ਨਹੀਂ, ਸੰਸਾਰ ਵੱਲ ਤੁਰਨਾ ਚਾਹੁੰਦਾ ਹੈ। ਸਤਿਗੁਰਾਂ ਨੇ ਉਲਟੇ ਜਾਂਦੇ ਹੋਏ ਮਨ ਨੂੰ ਪਹਿਲਾਂ ਮੋੜ ਕੇ ਆਪਣੇ ਵੱਲ ਲਿਆਂਦਾ, ਫਿਰ ਮਨ ਨੂੰ ਲਿਆ ਕੇ ਆਪਣੇ ਕੋਲ, ਤੇ ਸਤਿਗੁਰਾਂ ਨੇ ਉਪਦੇਸ਼ ਦੇ ਨਾਲ, ਬਖਸ਼ਿਸ਼ ਦੇ ਨਾਲ, ਰਹਿਮਤ ਦੇ ਨਾਲ ਭਰ ਦਿੱਤਾ। ਐਸੀਆਂ ਦਾਤਾਂ ਮਹਾਰਾਜ ਕਰਦੇ। ਕਹਿਣ ਲੱਗੇ ਵੇਖੋ ਭਾਈ, ਇਹ ਹੈਰਾਨ ਕਰਨ ਵਾਲਾ ਕੌਤਕ ਮਹਾਰਾਜ ਨੇ ਕੀਤਾ ਹੈ। ਜੇ ਠਾਕਰ ਕੋ ਸੁਣ ਤੋ ਕਾਦ ਬੋਧ। ਇਸ ਠਾਕਰ ਅਕਾਲ ਪੁਰਖ ਦੇ ਗਿਆਨ ਨੂੰ ਜਾਂ ਜਾਣਨ ਨੂੰ ਬੜਾ ਕਠਿਨ ਸਮਝਿਆ ਜਾਂਦਾ ਹੈ। ਬੋਧ ਨਾਮ ਜਾਣਨ ਦਾ ਹੈ। ਜਿਸ ਪਰਮਾਤਮਾ ਦੇ ਬੋਧ ਗਿਆਨ ਨੂੰ ਜਾਣਨਾ ਅਗਾਧ ਕਹੀਏ ਬੜਾ ਕਠਿਨ ਔਖਾ ਹੈ। ਦੁਨੀਆ ਆਖਦੀ ਹੈ ਰੱਬ ਦਾ ਗਿਆਨ ਬੜਾ ਔਖਾ ਹੈ, ਰੱਬ ਦੀ ਪ੍ਰਾਪਤੀ ਬੜੀ ਔਖੀ ਹੈ, ਉਹ ਮਿਲਦਾ ਨਹੀਂ ਹੈ। ਜਿਸ ਪਰਮਾਤਮਾ ਨੂੰ ਮਿਲਣ ਵਾਸਤੇ ਕਹਿਣ ਲੱਗੇ ਬੜੇ ਲੋਕ ਔਖੇ ਹੁੰਦੇ ਨੇ, ਬੜੇ ਯਤਨ ਕਰਦੇ ਵੀ ਉਹ ਪ੍ਰਾਪਤ ਨਹੀਂ ਹੁੰਦਾ। ਨਾ ਉਹਦਾ ਗਿਆਨ ਪ੍ਰਾਪਤ ਹੁੰਦਾ, ਨਾ ਉਹ ਆਪ ਪ੍ਰਾਪਤ ਹੁੰਦਾ। ਐਸਾ ਜੋ ਪਰਮਾਤਮਾ ਹੈ ਸੋਰਦੈ ਗੁਰਦਇਆ ਨੇ ਰਹਿਮਤ ਕੀਤੀ, ਉਸ ਪਰਮਾਤਮਾ ਨੂੰ ਅੰਦਰੋਂ ਹਿਰਦੇ ਵਿੱਚ ਹੀ ਪ੍ਰਗਟ ਕਰ ਦਿੱਤਾ। ਜਿਹੜਾ ਪਰਮਾਤਮਾ ਦੁਨੀਆ ਕਹਿੰਦੀ ਹੈ ਪਾਉਣਾ ਬੜਾ ਔਖਾ ਹੈ, ਜਿਸ ਨੂੰ ਜਾਣਨਾ ਬੜਾ ਔਖਾ ਹੈ, ਜਿਸ ਪਰਮਾਤਮਾ ਦਾ ਗਿਆਨ ਲੈਣਾ ਡਾਢਾ ਔਖਾ ਹੈ, ਗੁਰੂ ਨੇ ਰਹਿਮਤ ਕਰ ਦਿੱਤੀ। ਉਸ ਪਰਮਾਤਮਾ ਨੂੰ ਹਿਰਦੇ ਵਿੱਚੋਂ ਮਹਾਰਾਜ ਪ੍ਰਗਟ ਕਰ ਦਿੰਦੇ ਹਨ। ਰਹਾਉ ਜੋਏ ਦੂਤ ਮੋਹੇ ਬਹੁ ਸੰਤਾਵਤ। ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੇ ਦੂਤ ਨੇ ਨਾ, ਸਾਨੂੰ ਬੜਾ ਦੁਖੀ ਕਰਦੇ। ਸੋ ਕਦੇ ਕਾਮ ਦੀ ਬਿਰਤੀ ਆ ਗਈ, ਕਦੇ ਕ੍ਰੋਧ ਦੀ, ਕਦੇ ਲੋਭ ਦੀ, ਕਦੇ ਹੰਕਾਰ ਦੀ ਬਿਰਤੀ ਬਣ ਜਾਂਦੀ ਹੈ, ਫੁਰਨੇ ਆ ਜਾਂਦੇ। ਜਿਹੜੇ ਇਹ ਪੰਜ ਵਿਕਾਰ ਬਹੁਤ ਜ਼ਿਆਦਾ ਸਤਾਉਂਦੇ ਸਨ, ਬੜਾ ਦੁਖੀ ਕਰਦੇ ਸਨ, ਹਰ ਵੇਲੇ ਕੋਈ ਨਾ ਕੋਈ ਵਿਕਾਰ ਚਿੰਬੜਿਆ ਰਹਿੰਦਾ ਹੈ। ਇਹ ਜੋ ਵਿਕਾਰ ਦੁੱਖ ਦੇਣ ਵਾਲੇ ਹਨ ਤੇ ਭਿਆਨਕ ਭਇਆ। ਕਹਿਣ ਲੱਗੇ ਗੁਰੂ ਨੇ ਕਿਰਪਾ ਕੀਤੀ ਤੇ ਭਿਆਨਕ, ਭਿਆਨਕ ਤੋਂ ਭਾਵ ਡਰਦੇ ਸਹਿਤ ਹੋ ਗਏ, ਡਰਨ ਲੱਗ ਪਏ। ਜਿਹੜੇ ਵਿਕਾਰ ਪਹਿਲਾਂ ਮੈਨੂੰ ਡਰਾਉਂਦੇ ਸਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਆ ਕੇ ਅੱਜ ਗੁਰੂ ਨੇ ਮੈਨੂੰ ਇੰਨਾ ਤਾਕਤ ਵਾਲਾ ਕਰ ਦਿੱਤਾ ਹੈ, ਉਹ ਵਿਕਾਰ ਅੱਜ ਮੇਰੇ ਕੋਲੋਂ ਡਰਦੇ ਪਏ, ਮੇਰੇ ਅੱਗੇ ਹੱਥ ਜੋੜ ਕੇ ਖਲੋਤੇ ਹੋਏ। ਜਿਨ੍ਹਾਂ ਵਿਕਾਰਾਂ ਨੇ ਜਿੰਨੀ ਠੱਗੀ ਠੱਗਿਆ, ਜਿਨ੍ਹਾਂ ਠੱਗਾਂ ਨੇ ਸਾਰਾ ਸੰਸਾਰ ਠੱਗਿਆ ਹੋਇਆ ਸੀ, ਜਿਨ੍ਹਾਂ ਪੰਜਾਂ ਵਿਕਾਰਾਂ ਨੇ ਸਾਰੀ ਦੁਨੀਆ ਨੂੰ ਅੱਗੇ ਲਾ ਛੱਡਿਆ, ਉਹ ਹੁਣ ਵਿਕਾਰ ਮੇਰੇ ਅੱਗੇ ਹੱਥ ਜੋੜ ਕੇ ਖਲੋਤੇ ਹੋਏ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਅਤੇ ਮੇਰੇ ਕੋਲੋਂ ਡਰ ਮੰਨਦੇ ਪਏ, ਮੇਰੇ ਤੋਂ ਭੈ ਮੰਨ ਕੇ ਬੇਨਤੀਆਂ ਕਰਦੇ ਹਨ। ਕਰਹਿ ਬੇਨਤੀ ਠਾਰਾਕ ਠਾਕਰ ਤੇ। ਯਾਰ ਇਹ ਬੇਨਤੀਆਂ ਕਰਦੇ ਨੇ, ਐ ਗੁਰੂ ਕਿਆ ਸਿੱਖਾ, ਸਾਨੂੰ ਪਰਮਾਤਮਾ ਦੇ ਗੁੱਸੇ ਤੋਂ ਰੱਖ ਲਾ। ਅਸੀਂ ਬਹੁਤ ਕੁਕਰਮ ਕਰਾਉਂਦੇ ਹਾਂ ਦੁਨੀਆ ਦੇ ਕੋਲੋਂ, ਭਗਤਾਂ ਦੇ ਉੱਪਰ ਵੀ ਆਪਣਾ ਪ੍ਰਭਾਵ ਪਾਉਣਾ ਚਾਹੁੰਦੇ ਹਾਂ, ਪਰ ਤੁਹਾਡੇ ਵਰਗੇ ਜਿਹੜੇ ਗੁਰਸਿੱਖ ਨੇ ਉਹ ਪਰਮਾਤਮਾ ਦੀ ਪ੍ਰਾਪਤੀ ਵਾਲੇ, ਗੁਰੂ ਕਿਰਪਾ ਵਾਲੇ ਬਣ ਗਏ। ਹੁਣ ਇਹ ਗੁਰੂ ਕਿਆ ਸਿੱਖਾ, ਇਹ ਨਾਮ ਜਪਣ ਵਾਲੇ ਗੁਰਮੁਖਾ, ਸਾਡੇ ਤੇ ਰਹਿਮਤ ਕਰ, ਸਾਨੂੰ ਰੱਖ ਲੈ। ਕਰੇ ਬੇਨਤੀ ਰਾਖ ਠਾਕੁਰ ਤੇ। ਉਹ ਵਕਾਰ ਇਹ ਗੱਲ ਕਹਿੰਦੇ ਕਿ ਸਾਨੂੰ ਪ੍ਰਮਾਤਮਾ ਦੇ ਵੱਲੋਂ ਬਚਾ ਲੈ, ਨਹੀਂ ਤੇ ਪ੍ਰਮਾਤਮਾ ਸਾਡੇ ਤੇ ਕਰੋਪਤ ਹੋ ਗਿਆ, ਗੁੱਸੇ ਵਿੱਚ ਆ ਗਿਆ ਤੇ ਸਾਨੂੰ ਉਸਨੇ ਸਜ਼ਾ ਦੇ ਦੇਣੀ ਹੈ। ਇਸ ਤਰ੍ਹਾਂ ਉਹ ਵਕਾਰ ਜਿਹੜੇ ਨੇ ਉਹ ਬਚਣ ਵਾਸਤੇ ਫਿਰ ਭਗਤਾਂ ਦੇ ਅੱਗੇ ਬੇਨਤੀ ਕਰਦੇ ਹਨ। ਹਮ ਤੇਰੀ ਸ਼ਰਨ ਆਪ ਜੀ ਦੀ ਸ਼ਰਨ ਵਿੱਚ ਆਏ ਆ, ਤੇ ਸ਼ਰਨ ਆਏ ਦੀ ਸਾਡੀ ਰੱਖਿਆ ਕਰੋ। ਇਸ ਤਰ੍ਹਾਂ ਜਿਹੜੇ ਮਹਾਤਮਾ ਗੁਰਮੁਖ ਨੇ ਨਾ, ਨਾਮ ਜਪਣ ਵਾਲੇ, ਉਹਨਾਂ ਦੇ ਅੱਗੇ ਗੁਰਮੁਖੋ ਇਹ ਜਿਹੜੇ ਵਕਾਰ ਨੇ ਨਾ, ਉਹ ਵੀ ਹੱਥ ਜੋੜ ਕੇ ਬੇਨਤੀਆਂ ਹੀ ਕਰਦੇ ਕਿ ਸਾਨੂੰ ਬਚਾ ਲਓ, ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਜੈ ਭੰਡਾਰ ਗੋਬਿੰਦ ਕਾ ਖੁੱਲਿਆ। ਗੋਬਿੰਦ ਪਰਮਾਤਮਾ ਦਾ ਇਹ ਸਤ ਸੰਗਤ ਰੂਪੀ ਭੰਡਾਰਾ ਖੁੱਲਿਆ ਹੋਇਆ, ਜਿੱਥੇ ਆਪਾਂ ਬੈਠੇ ਆ ਨਾ, ਇਹ ਸਤਿਗੁਰਾਂ ਦਾ ਸੰਗਤ ਰੂਪੀ ਭੰਡਾਰਾ ਖੁੱਲਿਆ ਹੋਇਆ ਹੈ। ਜੇ ਭੰਡਾਰਾ ਖੁੱਲ ਜਾਂਦਾ ਨਾ, ਤੇ ਫਿਰ ਉਥੋਂ ਬੇਅੰਤ ਵਸਤੂਆਂ ਪ੍ਰਾਪਤ ਹੁੰਦੀਆਂ।
ਹਰੇਕ ਹੀ ਬੰਦਾ ਝੋਲੀ ਭਰ ਕੇ ਲੈ ਜਾਂਦਾ ਹੈ। ਕਹਿਣ ਲੱਗੇ ਭਾਈ ਇਹ ਸਤ ਸੰਗਤ ਦਾ ਭੰਡਾਰਾ ਪ੍ਰਮਾਤਮਾ ਦਾ ਖੁੱਲਿਆ ਹੋਇਆ, ਇੱਥੇ ਸਾਰਿਆਂ ਦੀਆਂ ਝੋਲੀਆਂ ਭਰਦੀਆਂ ਨੇ, ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ। ਸੋ ਇਹ ਦਾਤਾਂ ਸਤ ਸੰਗਤ ਵਿੱਚੋਂ ਮਿਲ ਜਾਂਦੀਆਂ। ਜਹ ਭੰਡਾਰ ਗੋਬਿੰਦ ਕਾ ਖੁੱਲਿਆ, ਗੋਬਿੰਦ ਪਰਮਾਤਮਾ ਦੇ ਸਤ ਸੰਗਤ ਰੂਪੀ ਇਹ ਜੋ ਭੰਡਾਰੇ ਖੁੱਲੇ ਹੋਏ ਹਨ। ਜੇ ਪ੍ਰਾਪਤ ਤੇ ਲਿਆ। ਸਤ ਸੰਗਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਮਸਤਕ ਦੇ ਉੱਪਰ ਸਤਿਗੁਰਾਂ ਨੇ ਲੇਖ ਲਿਖੇ ਨੇ, ਜਿਨ੍ਹਾਂ ਦੇ ਕਰਮਾਂ ਵਿੱਚ ਲਿਖਿਆ ਵੀ ਇਹ ਸਤ ਸੰਗਤ ਵਿੱਚ ਪ੍ਰਾਪਤ ਹੋਣਗੇ। ਉਹ ਗੁਰਮੁਖ ਜਿਹੜੇ ਨੇ ਸੰਗਤ ਵਿੱਚ ਆ ਕੇ ਪ੍ਰਾਪਤ ਹੋਏ ਹੈ। ਤੇ ਇਹ ਭਗਤੀ ਦਾ ਭੰਡਾਰਾ ਸਤਿਗੁਰਾਂ ਦਾ ਖੁੱਲਿਆ ਹੋਇਆ, ਪਰ ਇਸ ਭਗਤੀ ਦੇ ਭੰਡਾਰੇ ਨੂੰ ਸਾਰੇ ਨਹੀਂ ਪ੍ਰਾਪਤ ਕਰ ਸਕਦੇ। ਜਿਨ੍ਹਾਂ ਨੂੰ ਪ੍ਰਾਪਤ ਹੋਇਆ ਉਹਨਾਂ ਨੂੰ ਹੈ ਜਿਨ੍ਹਾਂ ਉੱਪਰ ਬਖਸ਼ਿਸ਼ ਹੋਈ ਹੈ। ਸੰਗਤ ਵਿੱਚ ਉਹ ਚੱਲ ਕੇ ਆਏ, ਉਹਨਾਂ ਨੇ ਇਹ ਸਤ ਸੰਗਤ ਦੇ ਲਾਹੇ ਨੂੰ ਪ੍ਰਾਪਤ ਕੀਤਾ ਹੈ। ਏਕ ਰਤਨ ਮੋਕੋ ਗੁਰ ਦੀਨਾ, ਮੇਰਾ ਮਨ ਤਨ ਸੀਤਲ ਧਿਆ। ਪਾਤਸ਼ਾਹ ਬਖਸ਼ਿਸ਼ ਕਰਦੇ ਕਹਿਣ ਲੱਗੇ ਸਤਿਗੁਰਾਂ ਨੇ ਇੱਕ ਨਾਮ ਰੂਪੀ ਰਤਨ ਜਿਹੜਾ ਹੈ ਉਹ ਬਖਸ਼ਿਸ਼ ਕੀਤਾ ਹੈ। ਇਹ ਨਾਮ ਰਤਨ ਬਖਸ਼ਿਆ ਹੈ, ਜਾਂ ਆਪਾਂ ਕਹਿ ਲਈਏ ਗਿਆਨ ਰੂਪੀ ਰਤਨ ਬਖਸ਼ਿਸ਼ ਕੀਤਾ ਹੈ। ਸਤਿਗੁਰਾਂ ਦੇ ਕੋਲ ਰਤਨਾਂ ਦੇ ਭੰਡਾਰੇ ਨੇ, ਇਹ ਦੁਨੀਆ ਦੇ ਰਤਨ ਨਹੀਂ। ਸਤਿਗੁਰਾਂ ਦੇ ਕੋਲ ਤੇ ਬਖਸ਼ਿਸ਼ਾਂ ਦੇ ਵੀ ਰਤਨ ਕੋਲ ਨੇ। ਜਦੋਂ ਬਹਾਦਰ ਸ਼ਾਹ ਬਾਦਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਹੀਰਾ ਭੇਟ ਕੀਤਾ, ਸਤਿਗੁਰਾਂ ਨੇ ਉਸ ਦਾ ਹੀਰਾ ਵੇਖ ਕੇ ਤੇ ਉਸ ਵੇਲੇ ਗੋਦਾਵਰੀ ਨਦੀ ਦੇ ਭੇਟ ਕਰ ਦਿੱਤਾ। ਹੱਥ ਵਿੱਚ ਹੀਰਾ ਫੜ ਕੇ ਮਹਾਰਾਜ ਨੇ ਨਦੀ ਵਿੱਚ ਚਲਾ ਕੇ ਸੁੱਟ ਦਿੱਤਾ। ਬਹਾਦਰ ਸ਼ਾਹ ਬਾਦਸ਼ਾਹ ਵੇਖ ਕੇ ਬੜਾ ਹੈਰਾਨ ਹੋਇਆ, ਕਹਿਣ ਲੱਗਾ ਸਤਿਗੁਰੂ ਤੇ ਵਾਕਿਆ ਸਾਧ ਹੀ ਨੇ, ਇਹਨਾਂ ਨੂੰ ਕੀ ਪਤਾ ਵੀ ਹੀਰਿਆਂ ਦਾ ਕੀ ਮੁੱਲ ਹੁੰਦਾ ਹੈ। ਮੈਂ ਤੇ ਬੜਾ ਮਹਿੰਗਾ ਹੀਰਾ ਲੈ ਕੇ ਆਇਆ ਵੀ ਸਤਿਗੁਰਾਂ ਨੂੰ ਭੇਟ ਕਰਾਂਗਾ ਤੇ ਮਹਾਰਾਜ ਆਪਣੇ ਕੋਲ ਰੱਖਣਗੇ, ਮੇਰੇ ਤੇ ਖੁਸ਼ੀਆਂ ਬਖਸ਼ਿਸ਼ ਕਰਨਗੇ। ਪਰ ਇਹਨਾਂ ਨੇ ਤੇ ਹੀਰੇ ਵੱਲ ਤੱਕਿਆ ਨਹੀਂ, ਚੁੱਕ ਕੇ ਨਦੀ ਵਿੱਚ ਸੁੱਟ ਦਿੱਤਾ, ਨਹਿਰ ਵਿੱਚ ਸੁੱਟ ਦਿੱਤਾ। ਬੜਾ ਹੈਰਾਨ ਹੋ ਕੇ ਜਦੋਂ ਮਨ ਵਿੱਚ ਸੋਚਦਾ ਪਿਆ, ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਾਣ ਗਏ ਉਹਦੇ ਮਨ ਦੀ ਗੱਲ ਵੀ ਹੀਰਾ ਭੇਟ ਕਰਕੇ ਇਹਦੇ ਮਨ ਵਿੱਚ ਇਹ ਵਿਚਾਰ ਆ ਗਈ ਹੈ। ਸਤਿਗੁਰੂ ਪਾਤਸ਼ਾਹ ਉਹਦੇ ਮਨ ਦਾ ਭਰਮ ਦੂਰ ਕਰਨ ਵਾਸਤੇ, ਸ਼ੰਕਾ ਦੂਰ ਕਰਨ ਵਾਸਤੇ ਮਹਾਰਾਜ ਕਹਿਣ ਲੱਗੇ ਬਹਾਦਰ ਸ਼ਾਹ ਜਾ ਗੋਦਾਵਰੀ ਦੇ ਵਿੱਚੋਂ ਆਪਦਾ ਹੀਰਾ ਵੇਖ ਕੇ ਪਰਖ ਕੇ ਤੇ ਕੱਢ ਲਾ। ਉਸ ਵੇਲੇ ਬਹਾਦਰ ਸ਼ਾਹ ਕਹਿਣ ਲੱਗਾ ਮਹਾਰਾਜ ਪਾਣੀ ਬੜਾ ਚੱਲਦਾ ਪਿਆ ਹੈ, ਹੁਣ ਨਦੀ ਵਿੱਚੋਂ ਹੀਰਾ ਕਿੱਥੇ ਲੱਭੇਗਾ। ਮਹਾਰਾਜ ਕਹਿਣ ਲੱਗੇ ਬਚਨ ਮੰਨ, ਜਦੋਂ ਨਦੀ ਵਿੱਚ ਤੂੰ ਹੱਥ ਪਾਵੇਂਗਾ ਉਦੋਂ ਤੂੰ ਆਪਣਾ ਹੀਰਾ ਪਛਾਣ ਕੇ ਕੱਢ ਲਵੇਂ। ਇਹ ਬਹਾਦਰ ਸ਼ਾਹ ਬਾਦਸ਼ਾਹ ਸਤਿਗੁਰਾਂ ਦਾ ਬਚਨ ਮੰਨ ਕੇ ਜਦੋਂ ਗੋਦਾਵਰੀ ਦੇ ਵਿੱਚ ਹੱਥ ਪਾਇਆ ਤੇ ਕਹਿਣ ਲੱਗਾ ਸਾਹਮਣੇ ਕੀ ਵੇਖਦਾ, ਹੀਰੇ ਹੀ ਹੀਰੇ ਦਿਸਦੇ ਪਏ। ਜਿਹੜਾ ਹੀਰਾ ਇਸ ਨੇ ਮਹਾਰਾਜ ਨੂੰ ਦਿੱਤਾ ਸੀ ਉਹਦੇ ਨਾਲ ਦੇ ਪਤਾ ਨਹੀਂ ਕਿੰਨੇ ਕੁ ਹੀਰੇ ਪਏ ਹੋਏ, ਉਸ ਤੋਂ ਵੀ ਕਈ ਮਹਿੰਗੇ ਮੁੱਲ ਦੇ ਹੀਰੇ ਪਏ ਹੋਏ। ਬਾਦਸ਼ਾਹ ਵੇਖ ਕੇ ਬੜਾ ਹੈਰਾਨ ਹੋਇਆ, ਸਤਿਗੁਰਾਂ ਨੂੰ ਆ ਕੇ ਬੇਨਤੀ ਕਰਦਾ ਮਹਾਰਾਜ ਇਹ ਕੀ ਕੌਤਕ ਸੀ, ਆਪ ਜੀ ਨੇ ਇੰਨਿਆਂ ਹੀਰਿਆਂ ਦਾ ਖਜ਼ਾਨਾ ਮੈਨੂੰ ਵਿਖਾ ਦਿੱਤਾ ਹੈ। ਮਹਾਰਾਜ ਕਹਿਣ ਲੱਗੇ ਤੇਰੇ ਮਨ ਵਿੱਚ ਭਰਮ ਪੈਦਾ ਹੋ ਗਿਆ ਵੀ ਤੂੰ ਇੱਕ ਸਾਨੂੰ ਕੀਮਤੀ ਹੀਰਾ ਦਿੱਤਾ, ਅਸੀਂ ਤੇਰੇ ਹੀਰੇ ਦੀ ਕੀਮਤ ਨਹੀਂ ਪਾਈ ਹੈ, ਰਤਨ ਦੀ ਕੀਮਤ ਨਹੀਂ ਪਾਈ ਤੇ ਉਸ ਨੂੰ ਪਾਣੀ ਵਿੱਚ ਸੁੱਟ ਦਿੱਤਾ ਹੈ। ਇਹ ਸਾਡਾ ਖਜ਼ਾਨਾ ਹੈ, ਸਾਡੇ ਖਜ਼ਾਨੇ ਵਿੱਚ ਵੇਖ ਤੇਰੇ ਹੀਰੇ ਤੋਂ ਵੀ ਕਈ ਬਹੁਤ ਮੁੱਲੇ ਬੜੇ ਮਹਿੰਗੇ ਰਤਨ ਤੇ ਹੀਰੇ ਇਸ ਖਜ਼ਾਨੇ ਵਿੱਚ ਪਏ ਹੋਏ ਨੇ। ਸੋ ਇਹ ਬਚਨ ਮਹਾਰਾਜ ਜੀਆਂ ਨੇ ਕਹਿ ਕੇ ਔਰ ਦਿਖਾ ਕੇ ਉਸ ਬਹਾਦਰ ਸ਼ਾਹ ਬਾਦਸ਼ਾਹ ਦਾ ਭਰਮ ਦੂਰ ਕਰ ਦਿੱਤਾ, ਜਿਹੜਾ ਮਨ ਦੇ ਵਿੱਚ ਭਰਮ ਪੈਦਾ ਹੋ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਏਕ ਰਤਨ ਮੋਕੋ ਗੁਰ ਦੀਆ, ਸਤਿਗੁਰਾਂ ਦੇ ਕੋਲ ਹੈ ਤੇ ਰਤਨਾਂ ਦੇ ਭੰਡਾਰੇ, ਇਹ ਦੁਨੀਆ ਦੇ ਹੀਰੇ ਜਵਾਹਰਾਤ ਰਤਨ ਸਤਿਗੁਰਾਂ ਦੇ ਖਜ਼ਾਨੇ ਵਿੱਚ ਭਰੇ ਹੋਏ। ਪਰ ਸਤਿਗੁਰਾਂ ਦੇ ਕੋਲ ਇੱਕ ਨਾਮ ਰੂਪੀ ਰਤਨ ਵੀ ਹੈ, ਜਿਹਦੇ ਤੇ ਬਖਸ਼ਿਸ਼ ਕਰਦੇ ਫਿਰ ਸਾਰਿਆਂ ਤੋਂ ਵੱਡਾ ਰਤਨ ਨਾਮ ਦਾ ਮਹਾਰਾਜ ਉਸ ਨੂੰ ਬਖਸ਼ਿਸ਼ ਕਰਦੇ ਨੇ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਗੁਰੂ ਦੇ ਕੋਲ ਗਿਆਨ ਦਾ ਰਤਨ ਹੈ, ਸੋਝੀ ਦੇਣੀ। ਸਤਿਗੁਰਾਂ ਨੇ ਇਹ ਗਿਆਨ ਦਾ ਰਤਨ ਵੀ ਸਿੱਖ ਨੂੰ ਬਖਸ਼ਿਸ਼ ਕਰ ਦਿੱਤਾ ਹੈ। ਮਹਾਰਾਜ ਗਿਆਨ ਦਾ ਰਤਨ ਔਰ ਨਾਮ ਦਾ ਰਤਨ ਬਖਸ਼ਿਸ਼ ਕਰਨ ਵਾਲੇ ਹਨ, ਐਸੀਆਂ ਦਾਤਾਂ ਦਿੰਦੇ ਹਨ। ਮੇਰਾ ਮਨ ਤਨ ਸੀਤਲ ਥਿਆ। ਇਸ ਨਾਮ ਦੇ ਰਤਨ ਦੇ ਨਾਲ ਫਿਰ ਮਨ ਤੇ ਤਨ ਦੋਨੇ ਹੀ ਠੰਡੇ ਹੋ ਜਾਂਦੇ, ਦੋਨਾਂ ਨੂੰ ਸ਼ਾਂਤੀ ਮਿਲ ਜਾਂਦੀ, ਮਨ ਵੀ ਸ਼ਾਂਤ ਹੋ ਗਿਆ, ਤਨ ਵੀ ਸ਼ਾਂਤ ਹੋ ਗਿਆ। ਇਹ ਨਾਮ ਰੂਪੀ ਰਤਨ ਇਹੋ ਜਿਹਾ। ਇਹ ਦੁਨੀਆ ਦੇ ਜਿਹੜੇ ਰਤਨ ਨੇ ਨਾ ਹੈ ਤੇ ਮਹਿੰਗੇ,
ਪਰ ਇਹ ਸ਼ਾਂਤੀ ਨਹੀਂ ਦੇਣ ਵਾਲੇ, ਸਗੋਂ ਮਨ ਨੂੰ ਭੜਕਾਉਣ ਵਾਲੇ ਨੇ, ਸਗੋਂ ਮਨ ਨੂੰ ਡਰਾਉਣ ਵਾਲੇ ਨੇ। ਪਰ ਨਾਮ ਰੂਪੀ ਰਤਨ ਗੁਰਮੁਖੋ ਇਹੋ ਜਿਹਾ ਹੈ ਜਿਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ, ਉਹਨਾਂ ਦਾ ਮਨ ਤੇ ਤਨ ਦੋਨੇ ਕਹੀਏ ਸੀਤਲ ਹੋ ਜਾਂਦੇ। ਸੀਤਲ ਤੋਂ ਭਾਵ ਸ਼ਾਂਤੀ ਵਿੱਚ ਪ੍ਰਾਪਤ ਹੋ ਜਾਂਦੇ ਹਨ। ਏਕ ਬੂੰਦ ਗੁਰ ਅੰਮ੍ਰਿਤ ਦਿਨੋ ਤਾਂ ਟਲ ਅਮਰ ਨ ਮੁਆ। ਗੁਰਾਂ ਨੇ ਰਹਿਮਤ ਕੀਤੀ ਹੈ, ਅੰਮ੍ਰਿਤ ਵਰਗਾ ਮਿੱਠਾ ਨਾਮ ਜਿਹੜਾ ਨਾ ਮਹਾਰਾਜ ਜੀਆਂ ਨੇ ਉਹ ਇੱਕ ਸਾਨੂੰ ਬਖਸ਼ਿਸ਼ ਕੀਤਾ ਹੈ। ਸੋ ਉਹ ਨਾਮ ਜਦੋਂ ਪ੍ਰਾਪਤ ਹੋ ਗਿਆ ਫਿਰ ਅਟਲ ਹੋ ਗਏ, ਅਮਰ ਹੋ ਗਏ। ਫਿਰ ਮਰ ਕੇ ਦੁਨੀਆ 'ਚ ਨਹੀਂ ਜਾਣਾ ਪਵੇਗਾ, ਜੰਮ ਕੇ ਦੁਨੀਆ 'ਚ ਨਹੀਂ ਆਉਣਾ ਪਵੇਗਾ। ਸਤਿਗੁਰੂ ਕਿਰਪਾ ਕਰਕੇ ਜਦੋਂ ਅੰਮ੍ਰਿਤ ਵਰਗਾ ਮਿੱਠਾ ਨਾਮ ਪਰਮਾਤਮਾ ਦਾ ਜਦੋਂ ਉਸ ਇੱਕ ਨਾਮ ਦੀ ਬਖਸ਼ਿਸ਼ ਕਰਦੇ ਨੇ ਮਹਾਰਾਜ, ਜਿਨ੍ਹਾਂ ਗੁਰਸਿੱਖਾਂ ਨੂੰ ਪ੍ਰਾਪਤ ਹੋ ਜਾਂਦਾ ਹੈ, ਉਹ ਗੁਰਮੁਖ ਫਿਰ ਅਟਲ ਹੋ ਜਾਂਦੇ, ਅਟਲ ਪਦਵੀ ਪ੍ਰਾਪਤ ਹੋ ਜਾਂਦੀ ਅਤੇ ਅਮਰ ਹੋ ਜਾਂਦੇ ਦੁਨੀਆ ਵਿੱਚ, ਫਿਰ ਮ੍ਰਿਤਿੂ ਤੋਂ ਰਹਿਤ ਹੋ ਜਾਂਦੇ। ਮਹਾਰਾਜ ਕਹਿਣ ਲੱਗੇ ਨਾ ਮੂਆ, ਫਿਰ ਵਾਰ-ਵਾਰ ਉਹ ਜੰਮ ਕੇ ਨਹੀਂ ਆਉਂਦੇ ਔਰ ਮਰ ਕੇ ਦੁਨੀਆ ਤੋਂ ਨਹੀਂ ਜਾਂਦੇ ਹਨ। ਭਗਤ ਭੰਡਾਰ ਗੁਰ ਨਾਨਕ ਕੋ ਸੌਂਪੈ, ਫਿਰ ਲੇਖਾ ਮੂਲ ਨ ਲਿਆ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਸਾਨੂੰ ਭਗਤੀ ਦੇ ਭੰਡਾਰੇ ਜਿਹੜੇ ਨੇ ਉਹ ਸੌਂਪੇ ਹੋਏ ਨੇ। ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਕਿਰਪਾ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਸਾਨੂੰ ਭਗਤੀ ਦੇ ਭੰਡਾਰੇ, ਇਹ ਬਖਸ਼ਿਸ਼ਾਂ ਦੇ ਭੰਡਾਰੇ ਬਖਸ਼ੇ ਹੋਏ। ਜਦੋਂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਲਾਹੌਰ ਤੋਂ ਆਏ ਨਾ ਅੰਮ੍ਰਿਤਸਰ ਦੀ ਧਰਤੀ ਤੇ, ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਗੁਰਤਾ ਗੱਦੀ ਤੇ ਬਿਠਾ ਕੇ, ਤਖਤ ਤੇ ਬਿਠਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ, ਕਹਿਣ ਲੱਗੇ ਬਾਬਾ ਬੁੱਢਾ ਜੀ ਇਹਨਾਂ ਨੂੰ ਗੁਰਤਾ ਗੱਦੀ ਦਾ ਤਿਲਕ ਦੇਵੋ। ਗੁਰਤਾ ਗੱਦੀ ਦਾ ਤਿਲਕ ਦੇ ਕੇ 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ, ਨਾਲ ਹੀ ਬਚਨ ਕੀਤੇ, ਕਹਿਣ ਲੱਗੇ ਗੁਰੂ ਅਰਜਨ ਦੇਵ ਪਾਤਸ਼ਾਹ ਜੀਓ ਅੱਜ ਤੋਂ ਤੁਸੀਂ ਸਭ ਦਾਤਾਂ ਦੇ ਮਾਲਕ ਹੋ, ਸਾਰੇ ਭੰਡਾਰੇ ਅੱਜ ਤੁਹਾਡੇ ਕੋਲ ਨੇ, ਜਿਵੇਂ ਚਾਹੋ ਉਹਨਾਂ ਨੂੰ ਵਰਤ ਸਕਦੇ ਹੋ। ਉਹ ਬਚਨ ਇੱਥੇ ਲਿਖਦੇ ਪਏ, ਕਹਿਣ ਲੱਗੇ ਜਿੱਥੇ ਦੁਨੀਆ ਦੇ ਭੰਡਾਰੇ ਬਖਸ਼ੇ ਉਥੇ ਮਹਾਰਾਜ ਜੀਆਂ ਨੇ ਭਗਤੀ ਦਾ ਭੰਡਾਰਾ ਵੀ ਬਖਸ਼ਿਆ ਹੈ। ਏਕ ਸੋ ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ। ਗੁਰੂ ਨਾਨਕ ਸਾਹਿਬ ਦੇ ਭਗਤੀ ਦੇ ਭੰਡਾਰੇ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਸੌਂਪ ਦਿੱਤੇ, ਫਿਰ ਲੇਖਾ ਮੂਲ ਨਾ ਲਿਆ। ਫਿਰ ਮਹਾਰਾਜ ਨੇ ਹਿਸਾਬ ਕਿਤਾਬ ਨਹੀਂ ਮੰਗਿਆ। ਜਿਵੇਂ ਇੱਕ ਬਾਪ ਆਪਣੇ ਪੁੱਤਰ ਨੂੰ ਪੈਸਾ ਦਿੰਦਾ, ਲੈ ਇੰਨੇ ਪੈਸੇ ਲੈ ਜਾ, ਪਰ ਜਦੋਂ ਉਹ ਬੱਚਾ ਬਾਹਰੋਂ ਕੋਈ ਕੰਮ ਕਰਕੇ ਆਉਂਦਾ ਤੇ ਘਰੇ ਆ ਕੇ ਲੇਖਾ ਜੋਖਾ ਮੰਗਿਆ ਜਾਂਦਾ, ਹਿਸਾਬ ਕਿਤਾਬ ਮੰਗਿਆ ਜਾਂਦਾ, ਕਿੰਨੇ ਪੈਸੇ ਕਿੱਥੇ ਲਾਏ ਨੇ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਸਾਡੇ ਪਿਤਾ ਨੇ ਭਗਤੀ ਦਾ ਖਜ਼ਾਨਾ ਸਾਨੂੰ ਦੇ ਕੇ ਫਿਰ ਲੇਖਾ ਮੂਲ ਨਾ ਲਿਆ, ਲੇਖਾ ਮੰਗਿਆ ਹੀ ਨਹੀਂ, ਪੁੱਛਿਆ ਹੀ ਨਹੀਂ ਪੁੱਤਰ ਵੀ ਭਗਤੀ ਕਿਹਨੂੰ ਕਿਹਨੂੰ ਵੰਡ ਦਿੱਤੀ ਹੈ। ਅਸੀਂ ਆਪਣੀ ਮਰਜ਼ੀ ਨਾਲ ਜਿਹਨੂੰ ਮਰਜ਼ੀ ਭਗਤੀ ਵੰਡ ਦਈਏ, ਜਿਹਦੇ ਉੱਪਰ ਜਿਹੜੀਆਂ ਮਰਜ਼ੀ ਬਖਸ਼ਿਸ਼ਾਂ ਦੇ ਦਈਏ। ਸਾਡੇ ਪਿਤਾ ਨੇ ਉਹ ਭਗਤੀ ਦੇ ਖਜ਼ਾਨੇ ਅਸੀਂ ਕਿਹਨੂੰ ਕਿਹਨੂੰ ਵੰਡੇ, ਕਿਹਨੂੰ ਕਿਹਨੂੰ ਵਰਤਾਏ ਨੇ, ਇਸ ਗੱਲ ਦਾ ਫਿਰ ਉਹਨਾਂ ਨੇ ਲੇਖਾ ਜੋਖਾ ਸਾਡੇ ਕੋਲੋਂ ਨਹੀਂ ਮੰਗਿਆ ਹੈ। ਸੋਠ ਮਹੱਲਾ ਪੰਜਵਾ। ਚਰਨ ਕਮਲ ਸੋ ਜਾ ਕਾ ਮਨ ਲੀਨਾ, ਸੇ ਜਨ ਤ੍ਰਿਪਤ ਆਘਾਈ। ਜਿਨ੍ਹਾਂ ਦਾ ਮਨ ਪ੍ਰਮਾਤਮਾ ਦੇ ਕਮਲਾਂ ਵਰਗੇ ਸੁੰਦਰ ਚਰਨਾਂ ਦੇ ਉੱਪਰ ਲੀਨਾ ਕਹੀਏ ਲੁਭਾਏਮਾਨ ਹੋਇਆ ਹੈ। परमात्मा दे चरण कमलों वर्गे सुंदर ये उदाहरण है, पर परमात्मा दे चरणों की तुलना तो किसी नाल कीती नहीं जा सकती है। पर फिर भी कह लगे चरण इन्ने सुंदर ने, मान लो जिवें कमल का फुल होंदा, जिन्हां दा मन रूपी भौरा सतगुरां दे कमलों वर्गे चरणों के उपर लुभाएमान होया है। से जन तृप्त अघाई, वो गुरमुख तृप्त हो गए ते अघाई कहिए रज गए। एहो जिहा रज गया, मुड़ के भूख ही नहीं लगी है। कर शांत सुख मन आए वसिया, जिन इच्छा सब पुजाइयां। ऐसियां इच्छा पूरियां होइयां कि उन्हां गुरमुखां नूं फिर दुनिया के पदार्थां की भुख रह नहीं जाती है, ऐसी दात मिलती है। गुण मोल जिस हृदय न वसिया, ते नाल तृष्ण त्रिखाई। नाम रूपी अमोलक खजाना जां जिहड़े शुभ गुण ने जिस दे हिरदे विच नहीं ना वसे, वो जिहड़े मनुख ने तृष्णा की प्यास दे विच प्यासे ही रहिंदे ने। तृष्णा की प्यास कदे नहीं बुझदी है, जिन्ना मर्जी वो पदार्थां नूं इकट्ठा कर लैण, होर दी होर अगे भुख लगती रहिंदी है। सतगुरु पातशाह कहन लगे गुण अमोल, परमात्मा दे अमोलक गुण ने,
ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦੇ ਸ਼ੁਭ ਗੁਣ ਨਹੀਂ ਵਸੇ। ਤੇ ਪਾਤਸ਼ਾਹ ਕਹਿਣ ਲੱਗੇ ਤੇ ਨਰ ਤ੍ਰਿਸ਼ਨ ਤ੍ਰਿਖਾਈ, ਉਹ ਜਿਹੜੇ ਮਨੁੱਖ ਨੇ ਤ੍ਰਿਸ਼ਨਾ ਦੀ ਪਿਆਸ ਦੇ ਵਿੱਚ ਹਰ ਵੇਲੇ ਪਿਆਸੇ ਰਹਿੰਦੇ, ਐਸੀ ਉਹਨਾਂ ਦੀ ਹਾਲਤ ਹੁੰਦੀ ਹੈ। ਹਰ ਅਰਾਧੇ ਅਰੋਗ ਅੰਧਾਈ। ਪਰਮਾਤਮਾ ਨੂੰ ਆਰਾਧਨ ਕਰਕੇ ਕੀ ਮਿਲਦਾ ਹੈ? ਸਾਡੇ ਮਨ ਦਾ ਇਹ ਸਵਾਲ ਹੈ, ਕਈ ਵਾਰੀ ਪੈਦਾ ਹੋ ਜਾਂਦਾ ਹੈ ਕਿ ਮੈਂ ਬਾਣੀ ਪੜਾਂਗਾ ਤੇ ਮੈਨੂੰ ਕੀ ਮਿਲੇਗਾ, ਮੈਂ ਪਾਠ ਕਰਾਂਗਾ ਤੇ ਕੀ ਮਿਲੇਗਾ, ਜੇ ਮੈਂ ਸਤ ਸੰਗਤ ਵਿੱਚ ਬੈਠਾਂਗਾ ਕੀ ਮਿਲ ਜਾਏਗਾ, ਨਾਮ ਜਪਾਂਗਾ ਤੇ ਮੈਨੂੰ ਕੀ ਮਿਲੇਗਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਹਰ ਆਰਾਧੇ, ਜਦੋਂ ਪਰਮਾਤਮਾ ਦਾ ਤੂੰ ਆਰਾਧਨ ਕਰੇਗਾ, ਪਰਮਾਤਮਾ ਦੇ ਨਾਮ ਨੂੰ ਜਪੇਗਾ, ਅਰੋਗ ਤੇਰੇ ਸਾਰੇ तमाम ਜਿਹੜੇ ਰੋਗ ਨੇ ਉਹ ਖਤਮ ਹੋ ਜਾਣਗੇ। ਰੋਗਾਂ ਤੋਂ ਤੂੰ ਅਰੋਗ ਹੋ ਜਾਏਗਾ, ਰੋਗਾਂ ਤੋਂ ਮੁਕਤ ਹੋ ਜਾਏਗਾ। ਸਰੀਰ ਦੀਆਂ ਬਿਮਾਰੀਆਂ, ਮਨ ਦੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਸਤਿਗੁਰੂ ਰਹਿਮਤ ਕਰਕੇ ਦੂਰ ਕਰ ਦੇਣਗੇ। ਤੂੰ ਰੋਗ ਤੋਂ ਰਹਿਤ ਹੋ ਜਾਏਗਾ ਤੇ ਅਨੰਦਾਈ ਤੋਂ ਭਾਵ ਆਨੰਦਿਤ ਹੋ ਜਾਏਗਾ। ਤੈਨੂੰ ਖੁਸ਼ੀਆਂ ਹੀ ਖੁਸ਼ੀਆਂ ਪ੍ਰਾਪਤ, ਆਨੰਦ ਹੀ ਆਨੰਦ ਪ੍ਰਾਪਤ ਹੋ ਜਾਣਗੇ। ਐਸੀਆਂ ਦਾਤਾਂ ਮਿਲਦੀਆਂ ਨਾਮ ਜਪ ਕੇ, ਵੀ ਪ੍ਰਮਾਤਮਾ ਦੇ ਨਾਮ ਨੂੰ ਜਪ ਕੇ ਹਰ ਆਰਾਧੇ, ਪ੍ਰਮਾਤਮਾ ਨੂੰ ਆਰਾਧ ਕੇ ਸਾਰਿਆਂ ਤੋਂ ਵੱਡੀ ਦਾਤ ਰੋਗਾਂ ਤੋਂ ਰਹਿਤ ਹੋ ਜਾਏਗਾ। ਦੂਜੀ ਵੱਡੀ ਦਾਤ ਹੈ ਆਨੰਦ ਹੀ ਆਨੰਦ ਪ੍ਰਾਪਤ ਹੋ ਜਾਂਦੇ ਹਨ। ਜਿਸ ਨੂੰ ਵਿਸਰੈ ਮੇਰਾ ਰਾਮ ਸਨੇਹੀ। ਜਿਸ ਨੂੰ ਪਰਮਾਤਮਾ ਭੁੱਲ ਜਾਵੇ, ਪਰਮਾਤਮਾ ਹੈ ਤੇ ਬੜਾ ਪਿਆਰ ਕਰਨ ਵਾਲਾ, ਉਹ ਪਿਆਰ ਕਰਨ ਵਾਲਾ ਪਰਮਾਤਮਾ ਕਈਆਂ ਨੂੰ ਭੁੱਲਿਆ ਵੀ ਹੋਇਆ ਹੈ। ਕਈਆਂ ਨੂੰ ਕੀ, ਬਹੁਤਿਆਂ ਨੂੰ ਭੁੱਲਿਆ ਹੋਇਆ ਹੈ। ਬਹੁਤਿਆਂ ਨੂੰ ਰੱਬ ਚੇਤੇ ਹੀ ਨਹੀਂ ਹੈ, ਭਾਵੇਂ ਕਿ ਉਹ ਲੱਖ ਪਿਆਰ ਕਰਨ ਵਾਲਾ ਹੈ, ਪਰ ਜਿਨ੍ਹਾਂ ਨੂੰ ਉਹ ਪਿਆਰ ਕਰਨ ਵਾਲਾ ਪਰਮਾਤਮਾ ਭੁੱਲ ਗਿਆ, ਜਿਨ੍ਹਾਂ ਨੂੰ ਕਦੇ ਯਾਦ ਹੀ ਨਹੀਂ ਆਇਆ ਵੀ ਸਾਨੂੰ ਕਿਸੇ ਨੇ ਦੁਨੀਆ ਤੇ ਭੇਜਿਆ, ਜਾਂ ਅਸੀਂ ਕਿਸੇ ਦਾ ਧੰਨਵਾਦ ਕਰਨਾ, ਜਾਂ ਨਾਮ ਜਪਣਾ ਹੈ, ਜਾਂ ਮੈਂ ਕਾਹਦੇ ਵਾਸਤੇ ਦੁਨੀਆ ਤੇ ਆਇਆ, ਜਿਨ੍ਹਾਂ ਨੂੰ ਪਰਮਾਤਮਾ ਭੁੱਲਿਆ ਹੋਇਆ ਹੈ। ਤਿਸ ਲੱਖ ਬੇਦਨ ਜਣ ਆਈ। ਨਾਮ ਗੁਰਮੁਖੋ ਪੀੜਾ ਦਾ ਹੈ, ਉਹਨੂੰ ਇੱਕ ਨਹੀਂ ਲੱਖਾਂ ਪੀੜਾ ਆ ਕੇ ਵਿਆਪਦੀਆਂ ਨੇ, ਲੱਖਾਂ ਪੀੜਾ ਉਸ ਨੂੰ ਘੇਰ ਲੈਂਦੀਆਂ। ਜਿਹਨੂੰ ਰੱਬ ਦਾ ਨਾਮ ਭੁੱਲ ਗਿਆ ਹੈ ਨਾ, ਪਾਤਸ਼ਾਹ ਕਹਿਣ ਲੱਗੇ ਉਹ ਭੁੱਲੇ ਹੋਏ ਬੰਦੇ ਨੂੰ, ਵਿਅਕਤੀ ਨੂੰ ਲੱਖਾਂ ਪੀੜਾ, ਲੱਖਾਂ ਦੁਨੀਆ ਦੇ ਦੁੱਖ, ਇੱਧਰ ਨੂੰ ਗਿਆ ਇੱਧਰੋਂ ਦੁੱਖ ਮਿਲ ਗਿਆ, ਉੱਧਰ ਨੂੰ ਗਿਆ ਉੱਧਰੋਂ ਦੁੱਖ ਮਿਲ ਗਿਆ, ਕਦੇ ਰਿਸ਼ਤੇਦਾਰੀ ਦਾ ਦੁੱਖ, ਕਦੇ ਪਰਿਵਾਰ ਦਾ ਦੁੱਖ, ਕਦੇ ਸਰੀਰ ਦਾ ਦੁੱਖ, ਕਦੇ ਬਿਮਾਰੀਆਂ ਦਾ ਦੁੱਖ। ਕਹਿਣ ਲੱਗੇ ਲੱਖਾਂ ਪੀੜਾਂ ਦਾ ਦੁੱਖ ਉਸ ਵਿਅਕਤੀ ਨੂੰ ਵਿਆਪਦਾ ਹੈ ਜਿਸ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ। ਜਿਸ ਨੂੰ ਵਿਸਰਾ ਮੇਰਾ ਰਾਮ ਸਨੇਹੀ, ਉਹ ਪਿਆਰ ਕਰਨ ਵਾਲਾ ਪਰਮਾਤਮਾ ਜਿਨ੍ਹਾਂ ਨੂੰ ਭੁੱਲ ਗਿਆ ਹੈ, ਉਹਨਾਂ ਵਾਸਤੇ ਬਹੁਤੀ ਕੋਈ ਸ਼ਾਬਾਸ਼ੀ ਨਹੀਂ ਹੈ, ਬੜੀ ਚੰਗੀ ਗੱਲ ਨਹੀਂ ਹੈ। ਇਸ ਲੱਖ ਬੇਦਨ ਜਨ ਆਈ, ਮੰਨ ਲਓ ਲੱਖਾਂ ਪੀੜਾ ਜਿਹੜੀਆਂ ਦੁੱਖਾਂ ਦੀਆਂ ਪੀੜਾ ਉਹਨਾਂ ਲੋਕਾਂ ਨੂੰ ਵਿਆਪਦੀਆਂ ਹਨ। ਰਹਾਉ ਜੇ ਜਨ ਓਟ ਗਹੀ ਪ੍ਰਭ ਤੇਰੀ, ਸੇ ਸੁਖੀਏ ਪ੍ਰਭ ਸਰਣੈ। ਕੋਸ਼ਿਸ਼ ਕਰਦੇ ਹੈ ਪਰਮਾਤਮਾ ਜਿਨ੍ਹਾਂ ਨੇ ਤੇਰੀ ਓਟ ਫੜੀ ਹੋਈ ਹੈ, ਕਿਉਂਕਿ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਨਾ। ਕੁਝ ਉਹ ਨੇ ਜਿਨ੍ਹਾਂ ਨੇ ਰੱਬ ਨੂੰ ਭੁਲਾਇਆ ਹੋਇਆ, ਜਿਵੇਂ ਆਪਾਂ ਬਚਨ ਪੜ੍ਹਦੇ ਹਾਂ, ਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ, ਇਸ ਤਰ੍ਹਾਂ ਦੇ ਵੀ ਦੁਨੀਆ ਵਿੱਚ ਨੇ। ਦੂਜੇ ਪਾਸੇ ਉਹ ਵੀ ਨੇ, ਸੰਖ ਜਾਪ ਸੰਖ ਭਾਓ, ਸੰਖ ਪੂਜਾ ਸੰਖ ਤਪ ਤਾਓ, ਐਸੇ ਵੀ ਪ੍ਰਮਾਤਮਾ ਨੇ ਬਣਾਏ ਨੇ। ਬੰਦਗੀ ਕਰਨ ਵਾਲੇ ਵੀ ਦੁਨੀਆ ਵਿੱਚ ਹਨ, ਰੱਬ ਨੂੰ ਭੁਲਾਉਣ ਵਾਲੇ ਵੀ ਦੁਨੀਆ ਵਿੱਚ ਹਨ। ਹੁਣ ਸਤਿਗੁਰੂ ਇੱਥੇ ਬਚਨ ਕਰਦੇ ਨੇ, ਕਹਿਣ ਲੱਗੇ ਵੀ ਭਾਈ ਪਹਿਲਾਂ ਤੇ ਬਚਨ ਇਹ ਦੱਸਿਆ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲਿਆ ਉਹਨਾਂ ਨੂੰ ਪੀੜਾ ਹੀ ਪੀੜਾ ਵਿਆਪਦੀਆਂ। ਦੂਜੇ ਬਚਨ ਵਿੱਚ ਕਹਿੰਦੇ ਜੇ ਜਨ ਓਟ ਗਹੀ ਪ੍ਰਭ ਤੇਰੀ, ਪਰਮਾਤਮਾ ਜਿਨ੍ਹਾਂ ਨੇ ਤੇਰੀ ਓਟ ਫੜੀ ਹੋਈ ਹੈ, ਜਿਨ੍ਹਾਂ ਨੇ ਤੇਰਾ ਦਰ ਨਹੀਂ ਛੱਡਿਆ, ਜਿਨ੍ਹਾਂ ਨੇ ਤੇਰਾ ਪੱਲਾ ਨਹੀਂ ਛੱਡਿਆ, ਜਿਹੜੇ ਇਸ ਤਰ੍ਹਾਂ ਦੇ ਵਿਅਕਤੀ ਹਨ, ਸੇ ਸੁਖੀਏ ਪ੍ਰਭ ਸਰਣੈ। ਤੇਰੀ ਸ਼ਰਨ ਵਿੱਚ ਪੈਣ ਕਰਕੇ ਬੜੇ ਸੁਖੀ ਨੇ। ਹੁਣ ਸਾਡੀ ਮਰਜ਼ੀ ਹੈ, ਸਾਡੇ ਸਾਹਮਣੇ ਮਹਾਰਾਜ ਨੇ ਆਇਨਾ ਰੱਖ ਦਿੱਤਾ, ਸੀਸਾ ਰੱਖ ਦਿੱਤਾ ਹੈ। ਬਚਨ ਇਹ ਸਮਝਾਇਆ ਵੀ ਜਿਨ੍ਹਾਂ ਨੇ ਰੱਬ ਨੂੰ ਭੁਲਾਇਆ ਉਹ ਦੁਨੀਆ ਵਿੱਚ ਹਾਏ ਹਾਏ ਕਰਦੇ ਫਿਰਦੇ, ਸੋ ਹਰ ਵੇਲੇ ਪੀੜਾ ਵਿੱਚ ਰੋਂਦੇ ਫਿਰਦੇ। ਸੋ ਮਹਾਰਾਜ ਕਹਿਣ ਲੱਗੇ ਪਰ ਜਿਨ੍ਹਾਂ ਨੇ ਤੇਰੀ ਓਟ ਨੂੰ ਫੜਿਆ, ਤੇਰਾ ਦਰ ਨਹੀਂ ਛੱਡਿਆ, ਉਹ ਦੁਨੀਆ ਵਿੱਚ ਸੁਖੀ ਗਿਣੇ ਗਏ। ਦੁਨੀਆ ਵਿੱਚ ਇੱਥੇ ਵੀ ਸੁਖ ਨੇ, ਅਤੇ ਜਦੋਂ ਸਰੀਰ ਛੱਡ ਕੇ ਜਾਣਗੇ ਉਹ ਪਰਲੋਕ ਦੇ ਵਿੱਚ ਵੀ ਸੁਖੀ ਹੋ ਜਾਣਗੇ। ਹੁਣ ਅੱਗੇ ਮਰਜ਼ੀ ਸਾਡੀ ਆਪਣੀ ਹੈ ਕਿ ਅਸੀਂ ਦੁਨੀਆ ਦੇ ਵਿੱਚ ਰਹਿ ਕੇ ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਇਹ ਹਾਏ ਹਾਏ ਕਰਦੇ ਆ ਜ਼ਿੰਦਗੀ ਬਤੀਤ ਕਰਨੀ ਹੈ, ਜਾਂ ਪਰਮਾਤਮਾ ਨੂੰ ਚੇਤੇ ਕਰਕੇ ਇਹ ਲੋਕ ਤੇ ਪਰਲੋਕ ਸੁਖੀ ਕਰਨਾ ਹੈ।
ਸਤਿਗੁਰਾਂ ਨੇ ਦੋਵੇਂ ਸਾਨੂੰ ਪਾਸੇ ਦੁਨੀਆ ਦੇ ਦੱਸ ਦਿੱਤੇ। ਕਹਿਣ ਲੱਗੇ ਜੇ ਜਨ ਓਟ ਗਹੀ ਪ੍ਰਭ ਤੇਰੀ, ਜਿਨ੍ਹਾਂ ਨੇ ਤੇਰੀ ਓਟ ਨੂੰ ਪਕੜਿਆ ਹੈ, ਸੇ ਸੁਖੀਏ ਪ੍ਰਭ ਸਰਣੇ, ਉਹ ਤੁਹਾਡੀ ਸ਼ਰਨ ਵਿੱਚ ਪੈਣ ਕਰਕੇ ਪ੍ਰਮਾਤਮਾ ਗੁਰੂ ਸ਼ਰਨ ਵਿੱਚ ਪੈਣ ਕਰਕੇ ਸੁਖੀ ਨੇ, ਉਹਨਾਂ ਨੂੰ तमाम ਸੁਖ ਪ੍ਰਾਪਤ ਹੁੰਦੇ ਹਨ। ਜੇ ਨਰ ਬਿਸਰਿਆ ਪੁਰਖ ਵਿਧਾਤਾ, ਜਿਨ੍ਹਾਂ ਨੂੰ ਤੇਰਾ ਨਾਮ ਭੁੱਲ ਗਿਆ ਹੈ, ਕੁਝ ਉਹ ਨੇ ਜਿਨ੍ਹਾਂ ਨੂੰ ਨਾਮ ਯਾਦ ਹੀ ਨਹੀਂ, ਨਾਮ ਦੀ ਤੇ ਦੂਰ ਦੀ ਗੱਲ ਹੈ, ਗੁਰੂ ਯਾਦ ਨਹੀਂ। ਜਿਸ ਪਰਮੇਸ਼ਰ ਨੇ ਪੈਦਾ ਕੀਤਾ ਬਣਾਇਆ ਉਸ ਨੂੰ ਯਾਦ ਨਹੀਂ ਕਰਦੇ। ਜਿਹੇ ਨਰ ਬਿਸਰਿਆ, ਜਿਸ ਬੰਦੇ ਨੂੰ ਪਰਮਾਤਮਾ ਦਾ ਨਾਮ ਗਿਆ ਭੁੱਲ, ਕੌਣ ਪਰਮਾਤਮਾ ਮੈਂ ਨਹੀਂ ਜਾਣਦਾ, ਕਿਹੜਾ ਨਾਮ ਮੈਂ ਨਹੀਂ ਜਪ ਸਕਦਾ, ਜਿਨ੍ਹਾਂ ਨੂੰ ਉਸ ਪਰਮਾਤਮਾ ਦਾ ਨਾਮ ਭੁੱਲਿਆ ਹੈ। ਪਰਮਾਤਮਾ ਕਿਹੜਾ? ਪੁਰਖ ਵਿਧਾਤਾ, ਜਿਹੜਾ ਫਲ ਵਰਦਾਤਾ ਹੈ, ਜਿਹੜਾ ਸਾਰਿਆਂ ਨੂੰ ਫਲ ਦੇਣ ਵਾਲਾ ਹੈ। ਤੇਰੇ ਚੰਗੇ ਕਰਮਾਂ ਦਾ ਫਲ ਵੀ ਤੈਨੂੰ ਮਿਲੇਗਾ, ਮਾੜਿਆਂ ਦਾ ਫਲ ਵੀ ਤੈਨੂੰ ਮਿਲੇਗਾ, ਜਿਹੜੇ ਸਾਰੇ ਫਲਾਂ ਨੂੰ ਪਰਮਾਤਮਾ ਦੇਣ ਵਾਲਾ ਹੈ। ਤੇ ਦੁਖੀਆ ਮੈਂ ਗਣ, ਜਿਹੜੇ ਲੋਕ ਨੇ ਦੁਖੀਆਂ ਵਿੱਚ ਗਿਣੇ ਜਾਣਗੇ। ਜਿਨ੍ਹਾਂ ਨੇ ਰੱਬ ਨੂੰ ਯਾਦ ਕੀਤਾ ਉਹ ਗਿਣੇ ਗਏ ਸੁਖੀਆਂ ਦੇ ਵਿੱਚ, ਜਿਨ੍ਹਾਂ ਨੇ ਰੱਬ ਨੂੰ ਭੁਲਾਇਆ ਸੇ ਦੁਖੀਆ ਮੈਂ ਗਣਨੇ, ਉਹ ਦੁਖੀ ਬੰਦਿਆਂ ਦੀ ਗਿਣਤੀ ਵਿੱਚ ਗਿਣੇ ਜਾਣਗੇ। ਉਥੇ ਕਤਾਰ ਖੜੀ ਹੋਵੇਗੀ, ਉਸ ਕਤਾਰ ਵਿੱਚ ਉਹ ਲੱਗਾ, ਉਸ ਲਾਈਨ ਵਿੱਚ ਉਹ ਲੱਗੇ ਨੇ ਜਿਹੜੇ ਪ੍ਰਮਾਤਮਾ ਨੂੰ ਭੁੱਲੀ ਬੈਠੇ। ਉਹ ਇਸ ਦੁਨੀਆ ਦੇ ਵਿੱਚ ਵੀ ਜਿਹੜੇ ਨੇ ਦੁੱਖ ਪਾਉਂਦੇ, ਕਿਸੇ ਨੂੰ ਕੋਈ ਦੁੱਖ, ਕਿਸੇ ਨੂੰ ਕੋਈ ਦੁੱਖ ਲੱਗਾ ਹੋਇਆ। ਜਦੋਂ ਉਹ ਸਰੀਰ ਛੱਡ ਕੇ ਪਰਲੋਕ ਨੂੰ ਜਾਂਦੇ, ਉਥੇ ਜਮਾਂ ਦੀ ਮਾਰ ਦਾ ਉਹ ਦੁੱਖ ਪਾਉਂਦੇ। ਰੱਬ ਨੂੰ ਭੁੱਲਣ ਵਾਲਿਆਂ ਨੇ ਲੋਕ ਪਰਲੋਕ ਵਿੱਚ ਦੁੱਖ ਪਾਏ ਨੇ, ਉਹ ਦੁਖੀਆਂ ਵਿੱਚ ਗਿਣੇ ਜਾਂਦੇ ਹਨ। ਜੇ ਗੁਰਮਾਨ ਪ੍ਰਭੂ ਲਿਵ ਲਾਈ, ਜਿਸਨੇ ਗੁਰੂ ਦਾ ਬਚਨ ਮੰਨ ਲਿਆ। ਸਾਰਿਆਂ ਤੋਂ ਵੱਡੀ ਗੱਲ ਹੈ, ਮਨੁੱਖਾ ਜਨਮ ਦਾ ਇੱਕੋ ਹੀ ਸਭ ਤੋਂ ਵੱਡਾ ਕੰਮ ਹੈ। ਕਿਹੜਾ ਕੰਮ ਹੈ? ਆਪਣੇ ਗੁਰੂ ਦਾ ਬਚਨ ਮੰਨਣਾ। ਜਿਹੜੇ ਆਪਣੇ ਗੁਰੂ ਦੇ ਬਚਨ ਨੂੰ ਮੰਨਦੇ ਨੇ, ਗੁਰੂ ਦੇ ਕਹਿ ਮੁਤਾਬਕ ਚੱਲਦੇ ਨੇ, ਗੁਰੂ ਦੇ ਦੱਸੇ ਉਪਦੇਸ਼ ਤੇ ਚੱਲਦੇ ਨੇ, ਬੰਦਿਆ ਤੇਰੇ ਨਾਲੋਂ ਤੇ ਪਸ਼ੂ ਚੰਗਾ ਹੈ, ਤੇਰੇ ਨਾਲੋਂ ਤੇ ਪੰਛੀ ਚੰਗਾ ਹੈ। ਜੰਗਲ ਦੇ ਵਿੱਚ ਪਸ਼ੂਆਂ ਦੀਆਂ ਡਾਰਾਂ ਤੁਰੀਆਂ ਫਿਰਦੀਆਂ, ਝੁੰਡ ਤੁਰੇ ਫਿਰਦੇ, ਪਰ ਉਹਨਾਂ ਪਸ਼ੂਆਂ ਨੂੰ ਇੱਕ ਪਸ਼ੂ ਦਾ ਦਿਸ਼ਾ ਨਿਰਦੇਸ਼ ਉਹਨਾਂ ਦੇ ਕੰਮ ਕਰਦਾ, ਜਿੱਧਰ ਨੂੰ ਇੱਕ ਤੁਰਿਆ ਬਾਕੀ ਉਹਦੇ ਕਹਿਣੇ ਵਿੱਚ ਉਧਰ ਨੂੰ ਚੱਲਦੇ। ਤੇਰੇ ਨਾਲੋਂ ਤੇ ਉਹਨਾਂ ਦੀ ਬਿਰਤੀ ਚੰਗੀ ਹੈ ਜਿਹੜੇ ਇੱਕ ਦੇ ਕਹਿਣੇ ਵਿੱਚ ਤੁਰੇ ਫਿਰਦੇ। ਤੂੰ ਦੁਨੀਆ ਵਿੱਚ ਮਨੁੱਖ ਬਣ ਕੇ ਆ ਗਿਆ, ਪਰ ਗੁਰੂ ਦੇ ਕਹਿਣੇ ਵਿੱਚ ਕੋਈ ਨਹੀਂ ਬਾਹਰ ਤੁਰਿਆ ਫਿਰਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਹੇ ਗੁਰੂ ਮਾਨ ਪ੍ਰਭੂ ਲਿਵ ਲਾਈ, ਜਿਨੇ ਗੁਰੂ ਦਾ ਬਚਨ ਮੰਨ ਕੇ ਪ੍ਰਮਾਤਮਾ ਦੇ ਵਿੱਚ ਲਿਵ ਲਾਈ ਹੈ, ਪ੍ਰਮਾਤਮਾ ਦੇ ਵਿੱਚ ਧਿਆਨ ਜੋੜਿਆ ਹੈ, ਤੇ ਮਹਾਨ ਆਨੰਦ ਰਸ ਕਰਿਆ, ਉਸਨੂੰ ਮਹਾਨ ਆਨੰਦ ਰਸ ਪ੍ਰਾਪਤ ਹੋਇਆ ਹੈ। ਜਿਨੇ ਗੁਰੂ ਦਾ ਬਚਨ ਮੰਨ ਲਿਆ, ਪ੍ਰਮਾਤਮਾ ਵਿੱਚ ਧਿਆਨ ਜੋੜ ਲਿਆ, ਉਸ ਨੂੰ ਮਹਾਨ ਆਨੰਦ ਰਸ ਦੀ ਪ੍ਰਾਪਤੀ ਹੁੰਦੀ ਹੈ। ਜੇ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ, ਕੁਝ ਲੋਕ ਉਹ ਨੇ ਜਿਨ੍ਹਾਂ ਨੇ ਗੁਰੂ ਤੋਂ ਵੀ ਬੇਮੁਖ ਹੋ ਗਏ। ਜੇ ਗੁਰੂ ਨੇ ਆਖਿਆ ਨਾ ਵੀ ਨਾਮ ਜਪ, ਕਹਿਣ ਲੱਗੇ ਕੀ ਨਾਮ ਵਿੱਚੋਂ ਕੀ ਮਿਲੇਗਾ? ਕਹਿਣ ਲੱਗੇ ਕਿ ਕੋਈ ਸਾਧੂ ਮਹਾਤਮਾ ਹੈ, ਸੋ ਉਹ ਬੈਠੇ ਹੋਏ ਤੇ ਉਹਨਾਂ ਕੋਲ ਕੋਈ ਮਨਮੁਖ ਚਲਾ ਗਿਆ। ਪਹਿਲਾਂ ਤੇ ਗੁਰਮੁਖ ਗਿਆ, ਗੁਰਮੁਖ ਨੇ ਦਾਤਾਂ ਲੈ ਲਈਆਂ, ਬਾਅਦ ਵਿੱਚ ਮਨਮੁਖ ਚਲਾ ਗਿਆ ਵੀ ਮੈਂ ਵੀ ਦਾਤ ਲੈ ਕੇ ਆਵਾਂ ਸਾਡੇ ਵਰਗਾ। ਜਦੋਂ ਮਹਾਤਮਾ ਦੇ ਸਾਹਮਣੇ ਗਿਆ ਨਾ ਤੇ ਮਹਾਤਮਾ ਕਹਿੰਦੇ ਜਾ ਭਾਈ ਅੱਗ ਲੈ ਕੇ ਆ। ਹੁਣ ਬਚਨ ਮੰਨਣਾ ਸੀ ਨਾ, ਉਹਨਾਂ ਦੇ ਕੋਲ ਗਿਆ, ਕਹਿਣ ਲੱਗਾ ਅੱਗ ਕਿਉਂ ਲੈ ਕੇ ਆਵਾਂ? ਤੁਸੀਂ ਅੱਗ ਵਿੱਚ ਸੜਨਾ ਜੋ ਅੱਗ ਮਗਾਉਂਦੇ ਪਏ। ਮਹਾਤਮਾ ਚੁੱਪ ਕਰ ਗਏ। ਥੋੜੀ ਦੇਰ ਬਾਅਦ ਫਿਰ ਬੋਲੇ, ਕਹਿਣ ਲੱਗੇ ਜਾ ਭਾਈ ਜਲ ਲੈ ਕੇ ਆ, ਪਾਣੀ ਲੈ ਕੇ ਆ। ਕਹਿਣ ਲੱਗਾ ਪਾਣੀ ਕਿਉਂ ਲੈ ਕੇ ਆਵਾਂ? ਤੁਸੀਂ ਉਹਦੇ ਵਿੱਚ ਡੁੱਬਣਾ। ਜਦੋਂ ਇਹ ਗੱਲ ਕਹੀ ਤੇ ਉਹ ਹੱਸ ਕੇ ਕਹਿਣ ਲੱਗੇ, ਕਹਿੰਦੇ ਜਿਨ੍ਹਾਂ ਨੇ ਦਾਤਾਂ ਲੈਣੀਆਂ ਸੀ ਉਹ ਲੈ ਕੇ ਚਲੇ ਗਏ, ਜਿਹੜੇ ਤੇਰੇ ਵਰਗੇ ਸਵਾਲੀ ਜਵਾਬੀ ਨੇ ਉਹ ਇਦਾਂ ਹੀ ਰਹਿ ਜਾਂਦੇ। ਮਹਾਰਾਜ ਕਹਿਣ ਲੱਗੇ, ਸੋ ਜੇ ਪ੍ਰਭੂ ਵਿਸਾਰ ਗੁਰ ਤੇ ਬੇਮੁਖ ਆਈ, ਅਸੀਂ ਗੁਰੂ ਤੋਂ ਹੀ ਬੇਮੁਖ ਹੋ ਗਿਆ। ਜੇ ਸਤਿਗੁਰੂ ਆਖਦਾ ਨਾ ਅੰਮ੍ਰਿਤ ਵੇਲੇ ਉਠੋ ਤੇ ਆਪਾਂ ਆਖਦੇ ਮੈਂ ਕੀ ਕਿਸੇ ਦਾ ਦੇਣਾ, ਮੈਂ ਕਿਉਂ ਉਠਾਂ? ਜਿਵੇਂ ਉਹ ਮਨਮੁਖ ਬੰਦਾ ਆਖਦਾ ਵੀ ਪਾਣੀ ਕਿਉਂ ਲਿਆਵਾਂ, ਤੁਸੀਂ ਡੁੱਬਣਾ। ਸਾਡੀ ਹਾਲਤ ਵੀ ਉਹੋ ਜੀ ਹੈ। ਸਤਿਗੁਰੂ ਤੇ ਉਪਦੇਸ਼ ਦਿੰਦੇ ਅੰਮ੍ਰਿਤ ਵੇਲੇ ਉੱਠ, ਆਪਾਂ ਆਖਦੇ ਮੈਂ ਤੜਕੇ ਉੱਠ ਕੇ ਕੀ ਕਰਨਾ ਹੈ। ਸਤਿਗੁਰੂ ਕਹਿੰਦੇ ਨਾਮ ਜਪ, ਮੈਂ ਆਖਦਾ ਮੈਂ ਨਾਮ ਜਪ ਕੇ ਕੀ ਲੈਣਾ ਹੈ? ਮੈਂ ਕਿਹੜਾ ਕੋਈ ਗਿਆਨੀ ਆ, ਮੈਂ ਕਿਹੜਾ ਕੋਈ ਪੰਡਤ ਆ, ਮੈਂ ਕਿਹੜਾ ਕੋਈ ਧਰਮ ਦਾ ਆਗੂ ਆ ਵੀ ਮੈਂ ਨਾਮ ਜਪਾਂ। ਸਾਡੇ ਮਨ ਦੀ ਬਿਰਤੀ ਇਹ ਹੈ, ਨਾਮ ਜਪਣਾ ਤੇ ਧਰਮ ਦੇ ਆਗੂਆਂ ਦਾ ਕੰਮ ਹੈ, ਸਾਡਾ ਕੋਈ ਕੰਮ ਨਹੀਂ। ਸਾਡਾ ਕੰਮ ਤੇ ਹੈ ਵੀ ਪ੍ਰਸ਼ਾਦੇ ਛਕ ਲਓ ਤੇ ਸੌਂ ਜਾਓ। ਸਾਡੀ ਬਿਰਤੀ ਇਹੋ ਜਿਹੀ ਬਣ ਗਈ ਹੈ। ਮਹਾਰਾਜ ਕਹਿਣ ਲੱਗੇ, ਸਤਿਗੁਰੂ ਦੇ ਬਚਨਾਂ ਤੋਂ ਬੇਮੁਖ ਹੀ ਹੋ ਗਏ। ਜੋ ਗੁਰੂ ਸਾਨੂੰ ਕਹਿੰਦਾ ਅੰਮ੍ਰਿਤ ਵੇਲੇ ਨਹੀਂ ਉੱਠਣਾ, ਨਾਮ ਜਪਣਾ ਨਹੀਂ ਜਪਣਾ।
ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਦੇ ਜਿਹੜੇ ਬੇਮੁਖ ਆਏ ਨੇ ਉਹਨਾਂ ਨੇ ਫਿਰ ਰੱਬ ਨੂੰ ਹੀ ਭੁਲਾ ਦਿੱਤਾ। ਜਦੋਂ ਗੁਰੂ ਦਾ ਬਚਨ ਹੀ ਨਹੀਂ ਮੰਨਾਂਗੇ ਤੇ ਰੱਬ ਵੀ ਤੇ ਭੁੱਲੇਗਾ। ਜਿਨ੍ਹਾਂ ਨੇ ਪ੍ਰਮਾਤਮਾ ਨੂੰ ਭੁਲਾਇਆ ਉਹਨਾਂ ਦੀ ਕੀ ਹਾਲਤ ਹੁੰਦੀ ਹੈ, ਉਹ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਹਨ ਤੇ ਨਰਕ ਘੋਰ ਮੈਂ ਭਰਿਆ। ਭਿਆਨਕ ਨਰਕ ਵਿੱਚ ਪੈਂਦੇ ਨੇ। ਸ਼ਾਸਤਰਾਂ ਦੇ ਵਿੱਚ ਲਿਖਿਆ, ਜਿਹੜੇ ਧਾਰਮਿਕ ਗ੍ਰੰਥ ਨੇ ਨਾ ਦੁਨੀਆ ਨੂੰ ਧਰਮ ਦੀ ਪਰਿਭਾਸ਼ਾ ਪੜ੍ਹਾਉਣ ਵਾਲੇ, ਉਹਨਾਂ ਵਿੱਚ ਲਿਖਿਆ ਵੀ ਨਰਕ ਇੱਕ ਤਰ੍ਹਾਂ ਦਾ ਨਹੀਂ ਹੈ, 18 ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਨਰਕ ਨੇ। ਜਿਵੇਂ ਜੇਲਾਂ ਹੁੰਦੀਆਂ ਨਾ ਸੰਸਾਰ ਦੇ ਵਿੱਚ, ਜਿਵੇਂ ਦਾ ਕੋਈ ਪਾਪ ਕਰਦਾ ਉਹਨੂੰ ਉਹੋ ਜਿਹੀ ਜੇਲ੍ਹ ਵਿੱਚ ਸੁੱਟਿਆ ਜਾਂਦਾ ਹੈ। ਕਿਸੇ ਨੂੰ ਕਾਲ ਕੋਠੜੀ ਦੀ ਸਜ਼ਾ, ਕਿਸੇ ਨੂੰ ਕੋਈ ਸਜ਼ਾ। ਇਸੇ ਤਰ੍ਹਾਂ ਕਹਿੰਦੇ ਨਰਕ ਵੀ 18 ਤਰ੍ਹਾਂ ਦੇ, ਉਹਨਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਪਾਪੀ ਸੁੱਟੇ ਜਾਂਦੇ। ਪਰ ਉਹਨਾਂ ਸਾਰਿਆਂ ਵਿੱਚੋਂ ਜਿਹੜਾ ਕੁੰਭੀ ਨਰਕ ਹੈ ਨਾ ਉਹ ਬੜਾ ਭਿਆਨਕ ਹੈ। ਇੱਥੇ ਮਹਾਰਾਜ ਨੇ ਬਚਨ ਲਿਖਿਆ, ਕਹਿਣ ਲੱਗੇ ਨਰਕ ਘੋਰ ਮੈਂ ਭਰਿਆ। ਜਿਹੜਾ ਕੁੰਭੀ ਨਰਕ ਹੈ, ਜਿਹਨੇ ਗੁਰੂ ਦਾ ਬਚਨ ਨਹੀਂ ਨਾ ਮੰਨਿਆ, ਉਹ ਫਿਰ ਕੁੰਭੀ ਨਰਕ ਵਿੱਚ ਉਸ ਨੂੰ ਸੁੱਟਿਆ ਜਾਂਦਾ। ਵੀ ਸਭ ਤੋਂ ਵੱਡਾ ਦੁਨੀਆ ਦਾ ਪਾਪੀ ਇਹ ਹੈ ਜਿਹਨੇ ਗੁਰੂ ਦੇ ਬਚਨ ਨੂੰ ਮੰਨਿਆ ਹੀ ਨਹੀਂ ਹੈ। ਉਸ ਨੂੰ ਫਿਰ ਕੁੰਭੀ ਨਰਕ ਵਿੱਚ ਸੁੱਟ ਕੇ ਸਜ਼ਾ ਦਿੱਤੀ ਜਾਂਦੀ ਹੈ। ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੋ ਹੀ ਵਰਤਾਰਾ। ਇਹਨਾਂ ਜੀਵਾਂ ਨੂੰ ਲਾਇਆ ਹੋਇਆ, ਉਧਰ ਨੂੰ ਇਹ ਜੀਵ ਲੱਗੇ ਹੋਏ, ਤੈਸੋ ਹੀ ਵਰਤਾਰਾ। ਜਿਹੋ ਜਿਹੇ ਕਰਮ ਅਸੀਂ ਇੱਥੇ ਕਰਾਂਗੇ ਨਾ, ਇਹੋ ਕਰਮ ਸਾਨੂੰ ਅੱਗੇ ਜਾ ਕੇ ਭੁਗਤਣੇ ਪੈਣਗੇ। ਜਿਹੜੇ ਅੱਗੇ ਜਾ ਕੇ ਕਰਾਂਗੇ ਫਿਰ ਉਸ ਤੋਂ ਅੱਗੇ ਭੁਗਤਣੇ ਪੈਣਗੇ। ਇਹ ਬੰਦਿਆ ਕਰਮਾਂ ਦਾ ਫਲ ਭੋਗਣ ਵਾਸਤੇ ਆਇਆ। ਜਿਵੇਂ ਦੇ ਪਿੱਛੇ ਕੀਤੇ ਉਹੋ ਜਿਹਾ ਵਰਤਾਰਾ ਅੱਜ ਵਾਪਰਦਾ ਪਿਆ। ਜਿਹੜੇ ਅੱਜ ਕਰੇਗਾ ਉਹੀ ਕੱਲ ਨੂੰ ਤੈਨੂੰ ਵੱਢਣੇ ਪੈਣੇ। ਇਹ ਦੁਨੀਆ ਦੀ ਵਿਧੀ ਹੈ। ਨਾਨਕ ਸਹਿ ਪਕਰੀ ਸੰਤਨ ਕੀ, ਹਿਰਦੈ ਭੈ ਮਗਨ ਚਰਨਾਰਾ। ਦੇ ਪਾਤਸ਼ਾਹ ਕਹਿਣ ਲੱਗੇ ਨਾਨਕ ਸਹਿ, ਸਹਿ ਤੋਂ ਭਾਵ ਹੁੰਦਾ ਸ਼ਰਨ। ਅਸੀਂ ਪ੍ਰਮਾਤਮਾ ਦੇ ਭਗਤਾਂ ਦੀ ਸ਼ਰਨ ਪਕੜ ਲਈ ਹੈ, ਸੰਤਾਂ ਦੀ ਸ਼ਰਨ ਵਿੱਚ ਪੈ ਗਏ ਆ। ਇਸ ਕਰਕੇ ਸਾਡੇ ਹਿਰਦੇ ਵਿੱਚ ਪ੍ਰਮਾਤਮਾ ਦੇ ਚਰਨ ਪ੍ਰਾਪਤ ਹੋ ਗਏ ਅਤੇ ਅਸੀਂ ਫਿਰ ਮਸਤ ਹੋ ਗਏ ਉਹਨਾਂ ਦੀ ਚਰਨਾਂ ਦੀ ਮਸਤੀ ਦੇ ਵਿੱਚ। ਐਸੀਆਂ ਦਾਤਾਂ ਜਿਹੜੀਆਂ ਨੇ ਉਹ ਸਾਧੂ ਸੰਤਾਂ ਮਹਾਤਮਾ ਦੀ ਸੰਗਤ ਵਿੱਚੋਂ ਮਿਲਦੀਆਂ। ਜਾਂ ਆਪਾਂ ਕਹਿ ਲਈਏ ਜਿਸ ਸੰਗਤ ਵਿੱਚ ਆ ਕੇ ਬੈਠੇ ਹੋ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸਤ ਸੰਗਤ ਵਿੱਚੋਂ ਐਸੀਆਂ ਦਾਤਾਂ ਮਿਲਦੀਆਂ, ਪ੍ਰਮਾਤਮਾ ਖੁਦ ਪ੍ਰਾਪਤ ਹੋ ਜਾਂਦਾ ਹੈ। ਪ੍ਰਮਾਤਮਾ ਦੇ ਚਰਨ ਹਿਰਦੇ ਵਿੱਚ ਪ੍ਰਾਪਤ ਹੋ ਗਏ, ਉਹ ਗੁਰਮੁਖ ਮਸਤ ਹੋ ਗਏ। ਐਸੀ ਦਾਤ ਮਿਲੀ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲੋ। ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੋ ਹੀ ਵਰਤਾਰਾ। ਨਾਨਕ ਸਹਿ ਪਕਰੀ ਸੰਤਨ ਕੀ, ਹਿਰਦੈ ਭੈ